हाँ जी ਜਿਹੜਾ ਨੈਕਸਟ ਸੀਗਾ ਬੇਟਾ ਆਪਾਂ ਕਰਦੇ ਪਏ ਸੀ ਚੈਪਟਰ ਸ਼ੁਰੂ ਕੀਤਾ ਸੀਗਾ ਉਹ ਆਪਣਾ फोर्थ यूनिट हैगा ठीक है ਤੇ ਉਹਦੇ ਚ ਟੌਪਿਕ ਸ਼ੁਰੂ ਕੀਤਾ ਸੀ ਫੈਰਾਡੇ ਲਾਅ ਆਫ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਔਰ ਇੰਨੀ ਗੱਲ ਕਹੀ ਸੀਗੀ ਕਿ ਫੈਰਾਡੇ ਲਾਅਸ ਜਿਹੜੇ ਨੇ ਠੀਕ ਹੈ ਐਸ ਸੱਚ ਤੁਹਾਡੇ ਪੂਰੇ ਚੈਪਟਰ ਚ ਬਾਰ-ਬਾਰ ਰਿਪੀਟ ਹੋਣ ਵਾਲੀ ਟਰਮ ਹੈਗੀ ਹੈ इसलिए ਉਹਨੂੰ ਸਮਝ ਲਿਓ ਇੱਕ ਵਾਰੀ ਧਿਆਨ ਨਾਲ ਠੀਕ ਹੈ ਟੌਪਿਕ ਸੀਗਾ ਆਪਣਾ Faraday's laws of electromagnetic induction पहला वर्ड सेगा आप आवाज और वीडियो दोनों क्लियर है यस यस कुछ पॉज तो नहीं हो रही वीडियो बेटा सही आ रही है आवाज भी थे और वीडियो भी सही है यस सर पहला सर हूं ठीक है ओके डन एक सेकंड रुकिए मैं शिफ्ट किया नेटवर्क एक मिनट लिए रुक लो चलो हुन मेरे ख्याल शायद नहीं होगी प्रॉब्लम सब तो पहला वर्ड सेगा अपने कोल दे अंदर इलैक्ट्रोमैग्नेटिक इंडक्शन ਆਪਾਂ डिफाइन करिए ते इलैक्ट्रोमैग्नेटिक इंडक्शन किनु किया सी देखो तो ਅਸੀਂ डिफाइन करदे द फिनोमेना ऑफ इंड्यूसिंग एन ईएमएफ the phenomena of inducing an EMF when magnetic flux link with the circuit change ਅਸੀਂ ਕਹਿੰਦੇ ਕਿ ਕਿਸੇ ਵੀ ਸਰਕਟ ਦੇ ਅੰਦਰ ਕਿਸੇ ਵੀ ਕੋਇਲ ਦੇ ਅੰਦਰ ਜੇ ਤੁਹਾਡੀ ਮੈਗਨੈਟਿਕ ਫਲਕਸ ਦੀ ਅਮਾਉਂਟ ਟਾਈਮ ਦੇ ਨਾਲ ਚੇਂਜ ਹੋਵੇ ਤੇ ਆਲਵੇਜ਼ EMF will be induced in the coil ठीक है और इस फिनोमेना नु जिदे नाल ਅਸੀਂ ਐਸਐਚ मैग्नेटिक फ्लक्स ਦੀ ਚੇਂਜ ਦੇ ਨਾਲ ठीक है सर्किट ਦੇ ਅੰਦਰ EMF यानी करंट इंड्यूस कर सकीए उस फिनोमेना नु ਅਸੀਂ इलैक्ट्रोमैग्नेटिक इंडक्शन कहते क्या ये डेफिनेशन समझ लगदी पई यस सर यस सर यस सर ਤੇ ਇਸੇ ਆਪਾਂ ਵਰਡ ਲਿੱਤੇ ਸੀ ਕਿ ਇਸੇ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਦੇ ਕਨਸੈਪਟ ਨੂੰ ਐਕਸਪਲੇਨ ਕਰਨ ਵਾਸਤੇ ਹਨਾ ਫੈਰਾਡੇ ਨੇ ਆਪਣੇ ਦੋ ਬੇਸਿਕ ਲਾਅ ਦਿੱਤੇ ਆ ਠੀਕ ਹੈ ਉਹ ਚ ਫੈਰਾਡੇ ਫਰਸਟ ਲਾਅ ਜਿਹੜਾ ਸੀਗਾ ਉਹ ਚ ਅਸੀਂ ਡਿਫਾਈਨ ਕੀਤਾ ਸੀ whenever the amount of magnetic flux यानी जो इलेक्ट्रोमैग्नेटिक इंडक्शन ਦੀ ਡੈਫੀਨੇਸ਼ਨ ਹੈ ਬੇਟੇ ਉਸੇ ਚੀਜ਼ ਨੂੰ ਅਸੀਂ ਫੈਰਾਡੇ ਦਾ ਫਰਸਟ ਲਾਅ ਵੀ ਬਣਾ ਦਿੰਦੇ ਉਹ ਕਹਿੰਦਾ ਜੀ whenever the amount of magnetic flux link with the circuit changes ਉਹ ਚ ਅਸੀਂ ਕਿਹਾ ਸੀ ਜਦੋਂ ਵੀ ਕਿਸੇ ਸਰਕਟ ਦੇ ਅੰਦਰ ਮੈਗਨੈਟਿਕ ਫਲਕਸ ਦੀ ਅਮਾਉਂਟ ਟਾਈਮ ਦੇ ਨਾਲ ਨਾਲ ਚੇਂਜ ਹੁੰਦੀ ਰਹੇ always an EMF will induced in the circuit ਤੇ ਉਸ ਸਰਕਟ ਦੇ ਅੰਦਰ ਜਿੱਚ ਮੈਗਨੈਟਿਕ ਫਲਕਸ ਟਾਈਮ ਨਾਲ ਚੇਂਜ ਹੋਏਗੀ ਉਸ ਸਰਕਟ ਦੇ ਅੰਦਰ ਹਮੇਸ਼ਾ EMF ਇੰਡਿਊਸ ਹੁੰਦੀ ਹੈ EMF ਅਸੀਂ ਨਾਮ ਦਿੱਤਾ ਸੀ ਵੋਲਟੇਜ ਨੂੰ ਕਿ ਸਰਕਟ ਦੇ ਅੰਦਰ ਵੋਲਟੇਜ ਇੰਡਿਊਸ ਹੋਏਗੀ ਪਰ ਜਦੋਂ ਸਰਕਟ ਦੇ ਅੰਦਰ ਵੋਲਟੇਜ ਇੰਡਿਊਸ ਹੁੰਦੀ ਕਹਿੰਦਾ ਕਦੋਂ ਤੱਕ ਰਹੇਗੀ ਤੇ ਅਸੀਂ ਵਰਡ ਲਿੱਤਾ ਸੀ as long as the change in flux continue ਜਦੋਂ ਤੱਕ ਤੁਹਾਡੇ ਸਰਕਟ ਦੇ ਅੰਦਰ ਫਲਕਸ ਦੀ ਅਮਾਉਂਟ ਟਾਈਮ ਨਾਲ ਚੇਂਜ ਹੋਏਗੀ ਨਾ ਉਦੋਂ ਤੱਕ ਸਰਕਟ ਦੇ ਅੰਦਰ ਅਸੀਂ ਕਹਿੰਦੇ ਸੀ EMF ਇੰਡਿਊਸ ਹੋਏਗੀ क्या इन्नी गल समझ लगदी भी फैराडे दा फर्स्ट लॉ जो बोल रहे हैं यस सर ठीक है सो इजे ਆਪਾਂ ਇਹਨੂੰ ਜਸਟੀਫਾਈ ਕਰਨ ਲਈ ਆਪਾਂ ਇਹਦੇ ਲਈ ਇੱਕ ਐਕਸਪੈਰੀਮੈਂਟਲ ਪ੍ਰੂਫ ਦਿੱਤਾ ਸੀ ਉਹਦਾ ਕੁਝ ਆਪਾਂ ਇਦਾਂ ਸ਼ੋ ਆਫ ਕਰ ਦਿੰਨੇ ਕਿ ਇੱਕ ਮੇਰੇ ਕੋਲ ਐਸਐਚ ਕੋਇਲ ਆ ਠੀਕ ਹੈ ਜੀ ਜੇ ਇਸ ਕੋਇਲ ਨੂੰ ਮੈਂ ਐਸਐਚ ਕਹਿੰਦਾ ਜੀ ਇੱਕ ਗਲਵੈਨੋਮੀਟਰ ਦੇ ਨਾਲ ਅਟੈਚ ਕਰ ਲਵਾਂ ਔਰ ਇਹਦੇ ਨੀਅਰ ਬਾਈ ਮੈਂ ਇੱਕ ਮੈਗਨੇਟ ਜਿਹੜੀ ਆ ਉਹ ਕਹਿੰਦਾ ਜੀ ਐਸਐਚ ਰੱਖ ਲਵਾਂ ठीक है ਤੇ ਇਹ ਚ ਅਸੀਂ ਕਿਹਾ ਸੀਗਾ ਕਿ when the magnet is moving towards or magnet is moving away from the coil ਤੁਹਾਡੀ ਮੈਗਨੇਟ ਜਦੋਂ ਕੋਇਲ ਦੇ ਨੀਅਰ ਬਾਈ ਔਰ ਜਦੋਂ ਮੈਗਨੇਟ ਦੇ ਕੋਇਲ ਤੋਂ ਅਵੇ ਮੂਵ ਕਰੇਗੀ ਇਹਨਾਂ ਦੋਨਾਂ ਕੇਸਿਸ ਦੇ ਅੰਦਰ ਤੁਹਾਡੇ ਗਲਵੈਨੋਮੀਟਰ ਦੀ ਨੀਡਲ ਜਿਹੜੀ ਨਾ ਉਹ ਡਿਫਲੈਕਟ ਹੋਏਗੀ ਆਈਦਰ ਔਨ ਦਾ ਰਾਈਟ ਸਾਈਡ ਔਰ ਔਨ ਦਾ ਲੈਫਟ ਸਾਈਡ ਠੀਕ ਹੈ ਬਟ ਜਦੋਂ ਮੈਂ ਇਸ ਮੈਗਨੇਟ ਦੀ ਮੂਵਮੈਂਟ ਨੂੰ ਰੋਕ ਦਵਾਂਗਾ ਠੀਕ ਹੈ ਕਿਸੇ ਵੀ ਪੋਜੀਸ਼ਨ ਤੇ ਭਾਵੇਂ ਇਸ ਮੈਗਨੇਟ ਨੂੰ ਕੋਇਲ ਦੇ ਕੰਪਲੀਟ ਅੰਦਰ ਲਿਜਾ ਕੇ ਰੋਕਾਂ ਭਾਵੇਂ ਇਸ ਮੈਗਨੇਟ ਨੂੰ ਕੋਇਲ ਤੋਂ ਇੱਕ ਡਿਸਟੈਂਸ ਤੇ ਰੋਕਾਂ ਠੀਕ ਹੈ ਜਾਂ ਇਹਦੇ ਨੀਅਰ ਬਾਈ ਕਿਤੇ ਰੋਕ ਦਵਾਂ ਇਹਨਾਂ ਸਾਰੇ ਕੇਸਿਸ ਦੇ ਅੰਦਰ ਅਸੀਂ ਅਬਜ਼ਰਵ ਕਰਦੇ ਹਾਂ ਕਿ ਗਲਵੈਨੋਮੀਟਰ ਦੀ ਨੀਡਲ 'ਚ ਕੋਈ ਡਿਫਲੈਕਸ਼ਨ ਨਹੀਂ ਆਉਂਦੀ ਠੀਕ ਆ ਬਟ as soon as you start moving the magnet towards or away in both of the cases we observe galvanometer needle always deflect
ਇੰਨੀ ਗੱਲ ਸਮਝ ਲੱਗਦੀ ਵੀ? Yes, sir. Yes, sir. ਦੂਜਾ ਆਪਾਂ ਇਹਦੇ ਨਾਲ ਐਕਸਪੈਰੀਮੈਂਟਲ ਪ੍ਰੂਫ ਜੋੜਿਆ ਸੀ ਕਿ ਜੇ ਮੈਗਨੇਟ ਨਾ ਵੀ ਹੋਵੇ ਮੇਰੇ ਕੋਲ, ਠੀਕ ਹੈ ਜੀ, we are ਕਹਿੰਦਾ ਜੀ considering another coil ਕਹਿੰਦਾ ਜੀ ਨੀਅਰ ਬਾਈ ਟੂ ਇਟ, ਮੈਂ ਇੱਕ ਸੈਕਿੰਡ coil ਇਹਦੇ ਨੀਅਰ ਬਾਈ ਲੈ ਕੇ ਆਇਆ, ਠੀਕ ਹੈ, ਔਰ ਉਹਦੇ ਨਾਲ ਅਸੀਂ ਮੰਨ ਲਓ ਐਸ ਚ ਟੈਪਿੰਗ ਕੀ ਲਾਈ ਆ, ਮਤਲਬ ਪ੍ਰੈਸ ਕਰੂੰਗਾ ਚੁੱਕ ਲੂੰਗਾ ਤੇ ਕਰੂੰਗਾ ਚੁੱਕ ਲੂੰਗਾ, ਠੀਕ ਹੈ। ਉਹਨੇ ਅਬਜ਼ਰਵ ਕੀਤਾ ਕਿ ਵੈਨ ਯੂ ਕਹਿੰਦਾ ਜੀ ਪ੍ਰੈਸ ਦਾ ਕੀ, ਠੀਕ ਹੈ, ਵੈਨ ਯੂ ਪ੍ਰੈਸ ਦਾ ਕੀ, ਠੀਕ ਹੈ ਜੀ, ਆ ਮੇਰੀ ਜਿਹੜੀ ਸੈਕੰਡਰੀ coil ਆ ਇਹਨੂੰ ਕਹਿ ਦੋ ਪ੍ਰਾਇਮਰੀ, ਉਲਟ ਬੋਲ ਦੋ ਕੋਈ ਗਲਤੀ ਨਹੀਂ। ਜਦੋਂ ਮੈਂ ਇਸ coil ਦੇ ਅਕ੍ਰੋਸ, ਠੀਕ ਹੈ ਜੀ, ਇਸ ਟੈਪਿੰਗ ਕੀ ਨੂੰ ਪ੍ਰੈਸ ਕਰਾਂਗਾ ਤੇ ਵੀ ਅਬਜ਼ਰਵ ਇਸ ਪ੍ਰਾਇਮਰੀ coil ਦੇ ਅੰਦਰ ਜਿਹੜਾ ਗਲਵੈਨੋਮੀਟਰ ਉਦੋਂ ਫਿਰ ਨੀਡਲ ਰਿਫਲੈਕਟ ਹੋਈ, ਠੀਕ ਹੈ। ਜਦੋਂ ਮੈਂ ਇਸ ਕੀ ਨੂੰ ਰਿਮੂਵ ਕੀਤਾ, ਯਾਨੀ ਚੁੱਕ ਲਿਆ ਹੱਥ ਆਪਣਾ ਉੱਪਰ ਨੂੰ, ਕੀ ਨੂੰ ਸਰਕਟ ਬ੍ਰੇਕ ਕਰ ਦਿੱਤਾ, ਇਵਨ ਦੈਨ ਉਦੋਂ ਵੀ ਮੈਂ ਨੋਟ ਕੀਤਾ ਨੀਡਲ ਰਿਫਲੈਕਟ ਹੋਈ। ਜਦੋਂ ਪ੍ਰੈਸ ਕੀਤਾ, ਜਦੋਂ ਉਹਨੂੰ ਉੱਪਰ ਨੂੰ ਰਿਮੂਵ ਕੀਤਾ, ਇਨ ਬੋਥ ਆਫ ਦਾ ਕੇਸਿਸ ਵੀ ਅਬਜ਼ਰਵ ਗਲਵੈਨੋਮੀਟਰ ਨੀਡਲ ਰਿਫਲੈਕਟ। ਉਹ ਕਹਿੰਦਾ ਪਿਛਲੇ ਕੇਸ ਦੇ ਵਿੱਚ ਤੇ ਇਹ ਸੀਗਾ ਕਿ ਵੀ ਇੱਕ ਮੈਗਨੇਟ ਪਈ ਸੀ, ਮੈਗਨੇਟ ਮੂਵ ਕਰਵਾਉਂਦੇ ਹੋ, ਠੀਕ ਹੈ, ਸ਼ਾਇਦ ਉਹਦੇ ਕਰਕੇ ਕੁਝ ਏਦਾਂ ਦਾ ਹੋਇਆ ਹੋ ਕਿ ਵੀ ਇਹਦੇ ਅੰਦਰ ਗਲਵੈਨੋਮੀਟਰ ਦੀ ਨੀਡਲ ਰਿਫਲੈਕਟ ਹੋਈ। ਇਹਦੇ ਅੰਦਰ ਹੁਣ ਅਸੀਂ ਇਸ coil ਨੂੰ ਕਿਤੇ ਵੀ ਮੂਵ ਨਹੀਂ ਕਰਾਇਆ, ਨਾ ਮੈਂ ਇਸ coil ਨੂੰ ਹਨਾ ਇਹਦੇ ਨੀਅਰ ਬਾਈ ਲੈ ਕੇ ਆਇਆ, ਨਾ ਮੈਂ ਇਸ coil ਨੂੰ ਉਸ ਤੋਂ ਅਵੇ ਲੈ ਕੇ ਗਿਆ, ਯਾਨੀ ਮੈਗਨੇਟ ਦੀ ਇੱਥੇ ਕੋਈ ਮੂਵਮੈਂਟ ਹੈ ਨਹੀਂ, ਪਰ ਫੇਰ ਵੀ ਜੇ ਇਹਦੇ ਅੰਦਰ ਗਲਵੈਨੋਮੀਟਰ ਦੀ ਨੀਡਲ ਰਿਫਲੈਕਟ ਹੋਈ ਆ, ਉਹਦਾ ਕੀ ਕਾਜ਼ ਹੈਗਾ? ਤੇ ਬੇਟਾ ਉਹਨੇ ਫਿਰ ਇਹ ਗੱਲ ਕਹੀ ਕਿ ਵੀ ਮੈਗਨੇਟ ਦੀ ਮੂਵਮੈਂਟ ਦਾ ਹੋਣਾ ਜ਼ਰੂਰੀ ਨਹੀਂ ਹੈਗਾ, ਮੈਗਨੇਟ ਮੂਵ ਕਰੇ, ਠੀਕ ਹੈ, ਮੈਗਨੈਟਿਕ ਫਲਕਸ ਜਿਹੜੀ ਆ ਉਹ ਮੈਗਨੇਟ ਦੀ ਮੂਵਮੈਂਟ ਨਾਲ ਚੇਂਜ ਹੋਵੇ, ਇਹ ਜ਼ਰੂਰੀ ਨਹੀਂ ਹੈਗਾ। ਉਹ ਕਹਿੰਦਾ ਮੇਨ ਜ਼ਰੂਰੀ ਕੀ ਚੀਜ਼ ਆ? ਮੈਗਨੈਟਿਕ ਫਲਕਸ ਦਾ ਚੇਂਜ ਹੋਣਾ। ਜਦੋਂ ਮੈਗਨੈਟਿਕ ਫਲਕਸ ਜਿਹੜੀ ਆ ਤੁਹਾਡੀ coil ਦੇ ਲਿੰਕ ਵਿੱਚ ਚੇਂਜ ਹੋਏਗੀ ਨਾ, ਠੀਕ ਹੈ, ਉਦੋਂ ਅਸੀਂ ਕਹਿੰਦੇ coil ਦੇ ਅੰਦਰ EMF ਇੰਡਿਊਸ ਹੁੰਦੀ, ਪਰ ਉਹ EMF ਇੰਡਿਊਸ ਉਦੋਂ ਤੱਕ ਹੁੰਦੀ ਰਹੇਗੀ ਜਦੋਂ ਤੱਕ ਫਲਕਸ ਦੀ ਚੇਂਜ ਹੁੰਦੀ ਰਹੇ। ਤੇ ਫਲਕਸ ਚੇਂਜ ਕਿਤੇ ਕਿਤੇ ਕਰਕੇ ਹੁੰਦੀ, ਉਹਦੇ ਲਈ ਮੈਂ ਇੱਕ ਫਾਰਮੂਲਾ ਆ ਦਿੱਤਾ ਸੀਗਾ ਕਿ ਫਲਕਸ ਦਾ ਫਾਰਮੂਲਾ ਹੁੰਦਾ BA cos θ। ਇਹਦਾ ਮਤਲਬ ਆ ਇਹਨਾਂ ਵਿੱਚੋਂ ਕੋਈ ਵੀ ਇੱਕ ਫੈਕਟਰ ਚੇਂਜ ਹੁੰਦਾ ਹੋਵੇ ਤੇ ਉਹਨੇ ਮੈਗਨੈਟਿਕ ਫਲਕਸ ਨੂੰ ਚੇਂਜ ਕਰਾਣਾ। ਮੈਂ ਜਿਹੜੀ ਐਗਜ਼ਾਮਪਲ ਦੋਨੋਂ ਦਿਨਾਂ ਪਿਆ ਮੈਗਨੇਟ ਰੱਖ ਕੇ, ਠੀਕ ਹੈ ਜੀ, ਇੱਥੇ ਮੈਗਨੇਟ ਰੱਖ ਕੇ, ਠੀਕ ਹੈ, ਐਗਜ਼ਾਮਪਲ ਆਪਾਂ ਬਣਾਉਣੇ ਪਏ, ਠੀਕ ਹੈ, ਭਾਵੇਂ ਤੁਹਾਡੇ ਕੋਲ ਐਸਐਚ ਕਹਿੰਦਾ ਜੀ ਇੱਥੇ ਇਹਨਾਂ ਚੋਂ ਆ ਸੈਕੰਡਰੀ coil ਰੱਖ ਕੇ ਬਣਾ ਰਹੇ, ਇਹਨਾਂ ਦੋਨਾਂ ਕੇਸਿਸ ਦੇ ਅੰਦਰ ਮੈਗਨੇਟ ਦੀ ਮੂਵਮੈਂਟ ਨਾਲ ਵੀ ਤੇ ਇਸ ਕਹਿੰਦਾ ਜੀ ਐਸਐਚ ਕਹਿ ਲਓ ਕਿ ਵੀ ਇਸ coil ਦੇ ਇੱਥੇ ਪ੍ਰੈਜ਼ੈਂਸ ਦੇ ਨਾਲ, ਇਹਨਾਂ ਦੋਨਾਂ ਕੇਸਿਸ ਦੇ ਅੰਦਰ ਜਿਹੜਾ ਮੇਨ ਫੈਕਟਰ ਚੇਂਜ ਕਰਾਣੇ ਪਏ ਹਨਾ ਉਹ ਮੈਗਨੈਟਿਕ ਫੀਲਡ। ਨਾ ਮੈਂ ਏਰੀਆ ਨੂੰ ਚੇਂਜ ਕਰ ਰਿਹਾ ਇਸ ਵੇਲੇ, ਨਾ ਮੈਂ cos θ ਦਾ ਕੋਈ ਫੈਕਟਰ ਲੈ ਰਿਹਾ, ਅਸੀਂ ਇਹਦੇ ਸਾਰੇ ਫੈਕਟਰ ਦੇ ਵਿੱਚੋਂ ਇੱਕੋ ਫੈਕਟਰ ਦੀ ਡਿਸਕਸ਼ਨ ਕਰਦੇ ਪਏ, ਠੀਕ ਹੈ, ਕਿ ਵੀ ਤੁਸੀਂ ਮੈਗਨੈਟਿਕ ਫੀਲਡ ਦੀ ਸਟਰੈਂਥ ਜਿਹੜੀ ਆ ਲਿੰਕ ਵਿਦ ਦਾ coil ਉਹਨੂੰ ਚੇਂਜ ਕਰ ਰਹੇ। ਜਦੋਂ ਮੈਂ ਮੈਗਨੇਟ ਜਿਹੜੀ ਸੀਗੀ ਉਹਨੂੰ ਮੂਵ ਕਰਾਉਣਾ ਸ਼ੁਰੂ ਕੀਤਾ ਟੁਵਰਡਸ ਦਾ coil, ਔਰ ਜਦੋਂ ਮੈਂ ਮੈਗਨੇਟ ਨੂੰ ਅਵੇ ਮੂਵ ਕਰਾਇਆ, ਇਹਨਾਂ ਦੋਨਾਂ ਕੇਸਿਸ ਦੇ ਅੰਦਰ ਇਸ coil ਚੋਂ ਜਿਹੜੀ ਮੈਗਨੈਟਿਕ ਲਾਈਨਸ ਪਾਸ ਹੋ ਰਹੀਆਂ ਉਹਦੀ ਬੇਟਾ ਸਟਰੈਂਥ ਚੇਂਜ ਹੋ ਰਹੀ। ਤੇ ਜੇ ਇਸ coil ਚੋਂ ਜਿਹੜੀ ਮੈਗਨੈਟਿਕ ਲਾਈਨ ਦੀ ਅਮਾਉਂਟ ਇਨਕਰੀਜ਼ ਔਰ ਡਿਕਰੀਜ਼ ਹੋ ਰਹੀ ਹੈ, ਇਹਦਾ ਮਤਲਬ ਆ ਇਸ ਫਾਰਮੂਲੇ ਦਾ B ਚੇਂਜ ਹੋ ਰਿਹਾ। ਇਹਦਾ ਮਤਲਬ ਮੈਗਨੈਟਿਕ ਫੀਲਡ ਦੀ ਸਟਰੈਂਥ ਜਿਹੜੀ ਆ ਉਹ ਇਸ coil ਦੇ ਅੰਦਰ ਇਨਕਰੀਜ਼ ਔਰ ਡਿਕਰੀਜ਼ ਹੋ ਰਹੀ, ਜਿਹਦੇ ਕਰਕੇ ਇੱਥੇ ਫਲਕਸ ਚੇਂਜ ਹੁੰਦੀ ਪਈ ਹੈ, ਔਰ ਫਲਕਸ ਚੇਂਜ ਰਿਸਪੌਂਸਿਬਲ ਆ EMF ਯਾਨੀ ਵੋਲਟੇਜ ਨੂੰ ਇੰਡਿਊਸ ਕਰਨ ਵਾਸਤੇ। ਕਿਆ ਪਹਿਲਾਂ ਇੰਨੀ ਗੱਲ ਸਮਝ ਲੱਗੀ? Yes, sir. Yes, sir. ਉਹ ਕਹਿੰਦਾ ਜੇ ਇਸ ਵੇਲੇ ਆਪਾਂ ਇਹ ਲਈਏ ਕਿ ਵੀ ਮੈਗਨੇਟ ਮੂਵ ਕਰਾਈ, ਵੀਡੀਓ ਕਲੀਅਰ ਆ? Yes, Yes, sir. Yes, sir. ਚਲ ਠੀਕ ਆ, ਸਾਜਨ ਧਿਆਨ ਨਾਲ ਦੇਖ ਬੇਟਾ, ਸ਼ਾਇਦ ਤੇਰੇ ਵਾਲੇ ਪਾਸੇ ਕੋਈ ਹੋ ਸਕਦਾ ਪ੍ਰੋਬਲਮ ਹੋਵੇ ਨੈਟਵਰਕ ਦੀ। ਸੋ ਇਹ ਚ ਪੁੱਤ ਆਪਾਂ ਜੇ ਮੈਗਨੇਟ ਮੂਵ ਕਰਾਈ ਸੀ ਇਸ ਕਰਕੇ ਸੀ ਕਿ ਫਲਕਸ ਚੇਂਜ ਹੋਈ ਆ, ਤੇ ਸ਼ਾਇਦ ਇਹੀ ਇੱਕ ਰੀਜ਼ਨ ਹੋਵੇ ਕਿ ਵੀ ਜਿਹੜਾ ਮੈਗਨੈਟਿਕ ਫਲਕਸ ਚੇਂਜ ਹੁੰਦੀ ਹੈ। ਉਹ ਕਹਿੰਦਾ ਜੀ ਪਰ ਇੱਥੇ ਜੇ ਆਪਾਂ ਲੈ ਕੇ ਚੱਲੀਏ ਤੇ ਤਾਂ ਮੈਗਨੇਟ ਮੂਵ ਹੀ ਨਹੀਂ ਕੀਤੀ। ਜੇ ਇਸ ਕੇਸ ਦੇ ਅੰਦਰ ਮੈਗਨੇਟ ਦੀ ਕੋਈ ਮੂਵਮੈਂਟ ਹੈ ਨਹੀਂ, ਫੇਰ ਵੀ ਇਸ coil ਦੇ ਅੰਦਰ ਮੇਰੀ ਫਲਕਸ ਚੇਂਜ ਹੋਈ, ਉਹਨੂੰ ਕਿੱਦਾਂ ਜਸਟੀਫਾਈ ਕਰੀ? ਉਹਦੇ ਲਈ ਅਸੀਂ ਕਿਹਾ ਸੀਗਾ ਵੈਨ ਯੂ ਪ੍ਰੈਸ ਦਾ ਕੀ, ਵੈਨ ਯੂ ਪ੍ਰੈਸ ਦਾ ਕੀ, ਠੀਕ ਆ। ਤੇ ਇੱਥੇ ਮੇਰੇ ਕੋਲ ਸਰਕਟ ਦੇ ਅੰਦਰ ਕੀ ਹੋਣਾ ਉਸ ਮੂਵਮੈਂਟ ਤੇ, ਜਦੋਂ ਤੁਸੀਂ ਕੀ ਪ੍ਰੈਸ ਕੀਤੀ, ਠੀਕ ਆ, ਜਦੋਂ ਕੀ ਪ੍ਰੈਸ ਕੀਤੀ ਤੇ ਬੇਸਿਕਲੀ ਇਸ coil ਦੇ ਅਕ੍ਰੋਸ ਜਿਹੜਾ ਕਰੰਟ ਪਾਸ ਹੋ ਰਿਹਾ ਬੇਟਾ, ਉਹ ਕਰੰਟ ਦੀ ਸਟਰੈਂਥ ਚੇਂਜ ਹੋਣੀ ਸ਼ੁਰੂ ਹੋਈ। ਇਹਦਾ ਮਤਲਬ ਜਦੋਂ ਸਵਿਚ ਆਫ ਸੀਗਾ, ਜਦੋਂ ਸਵਿਚ ਆਫ ਸੀਗਾ
ਇਸ ਸੈਕੰਡਰੀ ਕੁਆਇਲ 'ਚ ਕਰੰਟ ਦੀ ਸਟਰੈਂਥ 0 ਸੀ। ਜਦੋਂ ਮੈਨੂੰ ਸਵਿਚ ਔਨ ਕੀਤਾ ਇਸ ਕੁਆਇਲ 'ਚ ਕਰੰਟ ਆਇਆ ਤੇ ਮੈਂ ਉਦੋਂ ਵੀ ਇੱਕ ਗੱਲ ਸਮਝਾਈ ਸੀਗੀ, ਫਿਰ ਉਹਨੂੰ ਰਿਪੀਟ ਕਰ ਰਿਹਾ। ਇੱਥੇ ਕਰੰਟ ਦਾ ਸੋਰਸ ਕਿਹੜਾ ਲੱਗਾ ਹੋਇਆ ਜੀ? बैटरी बैटरी। DC ਜੇ बैटरी ਨੂੰ ਲਈਏ ਅਸੀਂ ਕਰੰਟ ਦੇ ਦੋ ਤਰ੍ਹਾਂ ਦੇ ਸੋਰਸ ਲੈਣੇ ਬੇਟਾ, ਇੱਕ DC ਔਰ ਇੱਕ AC। ਇੱਥੇ ਜਿਹੜਾ ਕਰੰਟ ਦਾ ਸੋਰਸ ਹੈ ਉਹ DC ਹੈ। ਨਾਰਮਲੀ ਅਸੀਂ DC ਕਰੰਟ ਜਿਹਨੂੰ ਡਿਫਾਈਨ ਕਰਦੇ ਹਾਂ, ਅਸੀਂ ਕਹਿੰਦੇ ਜੀ DC ਕਰੰਟ ਦੀ ਸਟਰੈਂਥ ਇਦਾਂ ਦਿਖਾਉਂਦੇ ਹਾਂ ਕਿ ਜੇ ਟਾਈਮ ਦੇ ਨਾਲ ਮੈਂ ਕਰੰਟ ਨੂੰ ਵੇਰੀ ਕਰਾਣਾ ਹੋਵੇ ਤੇ ਜਿਹੜਾ ਡਾਇਰੈਕਟ ਕਰੰਟ ਆ, DC ਕਰੰਟ ਆ, ਅਸੀਂ ਕਹਿੰਦੇ DC ਕਰੰਟ ਦੀ ਸਟਰੈਂਥ ਹਮੇਸ਼ਾ ਕਾਂਸਟੈਂਟ ਰਹਿੰਦੀ ਹੈ। ਸਰਕਟ ਦੇ ਅੰਦਰ ਕਰੰਟ ਜਿਹੜਾ ਵਾ ਉਹ ਇਨਕਰੀਜ਼ ਡਿਕਰੀਜ਼ ਕੁਝ ਨਹੀਂ ਹੁੰਦਾ, ਠੀਕ ਆ। ਤੇ ਇਹਦਾ ਮਤਲਬ ਬੱਚੇ ਇਹ ਹੋਏਗਾ ਕਿ ਇਸ ਸਰਕਟ ਦੇ ਅੰਦਰ ਕਰੰਟ ਇਸ ਵੇ ਨਾ ਹੋਣਾ ਚਾਹੀਦਾ। ਗੱਲ ਸਮਝਣ ਵਾਲੀ ਸਮਝਿਓ ਧਿਆਨ, ਕਿ ਜਦੋਂ ਟਾਈਮ 0 ਸੈਕਿੰਡ ਆ, ਮਤਲਬ ਜਿੱਦਾਂ ਹੀ ਮੈਂ ਇਹਨੂੰ ਔਨ ਕੀਤਾ ਇਹਦੇ ਵਿੱਚ ਕਰੰਟ ਇੱਕਦਮ 0 ਤੋਂ 5 ਐਂਪੀਅਰ ਹੋ ਗਿਆ। ਜਿੰਨੇ ਟਾਈਮ ਲਈ ਇਹਨੂੰ ਮੈਂ ਪ੍ਰੈਸ ਕਰਕੇ ਰੱਖਿਆ ਹਨਾ, ਉਨੀ ਦੇਰ ਤੱਕ ਕਰੰਟ 5 ਐਂਪੀਅਰ ਲਗਾਤਾਰ ਬਣਿਆ ਰਹੇ। ਤੇ ਜੇ ਕਰੰਟ ਮੇਰੇ ਕੋਲ ਇੱਕ ਕਾਂਸਟੈਂਟ ਸਟਰੈਂਥ ਦਾ ਬਣੇਗਾ ਤੇ ਆ ਸੋਲੇਨੋਇਡ ਦੇ ਮੈਗਨੈਟਿਕ ਫੀਲਡ ਦਾ ਇੱਕ ਫਾਰਮੂਲਾ ਪੜਿਆ ਅਸੀਂ, B = μ0 NR। ਇਹਦਾ ਮਤਲਬ ਹੋ ਗਿਆ ਕਿ ਜੇ I ਦੀ ਵੈਲਿਊ ਮੇਰੀ ਲਗਾਤਾਰ 5 ਐਂਪੀਅਰ ਆ, ਉਹ ਚੇਂਜ ਨਹੀਂ ਹੋ ਰਹੀ, ਤੇ क्या मैग्नेटिक फील्ड चेंज हो? नो सर नो सर नहीं होएगा। ਤੇ ਜੇ ਮੈਗਨੈਟਿਕ ਫੀਲਡ ਦੀ ਸਟਰੈਂਥ ਚੇਂਜ ਹੀ ਨਹੀਂ ਹੋ ਰਹੀ ਹੈ ਨਾ, ਤੇ ਇਹਦਾ ਮਤਲਬ ਹੈ ਇਹਦੇ ਵਿੱਚ ਇਸ ਵੇਲੇ ਫਲਕਸ ਤੇ ਮੈਕਸਿਮਮ, ਇਹਦੇ ਅੰਦਰ ਮੈਗਨੈਟਿਕ ਫੀਲਡ ਦੀ ਸਟਰੈਂਥ ਮੈਕਸਿਮਮ ਆ। ਤੇ ਜੇ ਮੈਗਨੈਟਿਕ ਫੀਲਡ ਦੀ ਸਟਰੈਂਥ ਮੈਕਸਿਮਮ ਆ ਤੇ ਫਲਕਸ ਵੀ ਮੈਕਸਿਮਮ। ਪਰ ਕਹਿੰਦਾ ਜੇ ਫਲਕਸ ਮੈਕਸਿਮਮ ਆ ਤੇ ਫਿਰ ਮੇਰੇ ਕੋਲ EMF ਕਿਉਂ ਨਹੀਂ ਇੰਡਿਊਸ ਹੋ ਰਹੀ? ਤੇ ਪੁੱਤ ਉਹਨੇ ਜਸਟੀਫਾਈ ਫਿਰ ਇਸ ਲਾਈਨ ਨਾਲ ਕੀਤਾ। ਉਹ ਕਹਿੰਦਾ ਮੈਗਨੈਟਿਕ ਫੀਲਡ ਦਾ ਸਿੰਪਲੀ ਪ੍ਰੈਜ਼ੈਂਟ ਹੋਣਾ, ਮੈਕਸਿਮਮ ਔਰ ਮਿਨੀਮਮ ਕਿਸੇ ਵੀ ਫਾਰਮ 'ਚ, ਇਹ ਜ਼ਰੂਰੀ ਨਹੀਂ ਹੈਗਾ, ਠੀਕ ਹੈ। ਉਹਨਾਂ ਨੇ ਆਬਜ਼ਰਵ ਕੀਤਾ ਮੈਗਨੈਟਿਕ ਫੀਲਡ ਦੀ ਸਟਰੈਂਥ ਦਾ ਚੇਂਜ ਹੋਣਾ। ਮੈਂ ਬਾਰ-ਬਾਰ ਕਹਿ ਰਿਹਾ ਕਿ ਮੈਂ ਫਲਕਸ ਨੂੰ ਜਿਹੜੀ ਚੇਂਜ ਆ ਉਹ ਸਿਰਫ ਮੈਗਨੈਟਿਕ ਫੀਲਡ ਨਾਲ ਇਸ ਵੇਲੇ ਦੇ ਰਿਹਾ, ਬਾਕੀ ਕੋਈ ਫੈਕਟਰ ਦੀ ਆਪਾਂ ਗੱਲ ਨਹੀਂ ਕਰਦੇ। ਇਹਦਾ ਮਤਲਬ ਮੈਗਨੈਟਿਕ ਫੀਲਡ ਦੀ ਸਟਰੈਂਥ ਦਾ ਚੇਂਜ ਹੋਣਾ ਜ਼ਰੂਰੀ ਹੈ, ਠੀਕ ਆ। ਉਹ ਕਹਿੰਦਾ ਜੀ ਫਿਰ ਇੱਥੇ ਅਸੀਂ ਜਦੋਂ ਪ੍ਰੈਕਟੀਕਲੀ ਆਬਜ਼ਰਵ ਕਰਦੇ ਹਾਂ, ਤੁਸੀਂ ਇਹੀ ਆਬਜ਼ਰਵ ਕਰਦੇ ਕਿ ਜਿੱਦਾਂ ਹੀ ਮੈਨੂੰ ਕੀ ਨੂੰ ਪ੍ਰੈਸ ਕੀਤਾ ਹਨਾ, ਇਹਦੇ ਅੰਦਰ ਡਿਫਲੈਕਸ਼ਨ ਆਈ ਹੈ। ਹੁਣ ਇੱਥੇ ਡਿਫਲੈਕਸ਼ਨ ਉਦੋਂ ਹੀ ਆ ਸਕਦੀ ਆ ਜਦੋਂ ਇਸ ਕੁਆਇਲ ਦੇ ਅੰਦਰ ਮੈਗਨੈਟਿਕ ਫਲਕਸ ਚੇਂਜ ਹੋਈ ਹੋ। ਤੇ ਇੱਥੇ ਮੈਗਨੈਟਿਕ ਫਲਕਸ ਚੇਂਜ ਕਿਹਨੇ ਕਰਾਈ? ਕਹਿੰਦਾ ਜਿਹੜਾ ਇੱਥੇ ਮੈਗਨੈਟਿਕ ਫੀਲਡ ਬਣਿਆ। ਇਹਦਾ ਮਤਲਬ ਇਹਦੇ ਵਿੱਚ ਜੇ ਕਰੰਟ ਦਾ ਸੋਰਸ DC ਆ, ਜਿਹਦਾ ਅਸੀਂ ਇਹ ਕਹਿੰਦੇ ਵੀ ਕਰੰਟ ਚੇਂਜ ਨਹੀਂ ਹੁੰਦਾ, ਉਹ ਕਾਂਸਟੈਂਟ ਸਟਰੈਂਥ ਦਾ ਹੁੰਦਾ, ਫਿਰ ਮੈਗਨੈਟਿਕ ਫੀਲਡ ਇਹਦੇ ਅੰਦਰ ਹੈਗਾ, ਮੈਗਨੈਟਿਕ ਫਲਕਸ ਇਹਦੇ ਅੰਦਰ ਹੈਗੀ, ਪਰ ਕਿਤੇ ਵੀ ਮੈਗਨੈਟਿਕ ਫਲਕਸ ਚੇਂਜ ਨਹੀਂ ਹੋ ਰਹੀ, ਠੀਕ ਆ। ਜੋ ਸਾਡੀ ਪ੍ਰੀ ਅਜ਼ੰਪਸ਼ਨ ਆ ਉਹ ਇਹ ਹੈਗੀ ਆ, ਮੈਂ ਬਾਰ-ਬਾਰ ਇੱਕ ਲਾਈਨ ਸਿਰਫ ਐਕਸਪਲੇਨ ਕਰਨਾ ਚਾਹ ਰਿਹਾ ਬੇਟਾ, ਉਹਨੂੰ ਧਿਆਨ ਨਾਲ ਸਮਝ ਲਈ, ਠੀਕ ਆ। ਕਿ ਵੀ ਜੇਕਰ ਇਹਦੇ ਅੰਦਰ ਅਸੀਂ ਕਰੰਟ ਦੀ ਸਟਰੈਂਥ ਲੈਣੇ ਨਾ, DC ਸੋਰਸ ਲਗਾ ਕੇ ਕਰੰਟ ਕਾਂਸਟੈਂਟ ਹੋਣਾ ਚਾਹੀਦਾ। ਪਰ ਜੇ ਇਦਾਂ ਹੋ ਰਿਹਾ ਕਿ ਗਲਵੈਨੋਮੀਟਰ ਦੀ ਡਿਫਲੈਕਸ਼ਨ ਆ ਰਹੀ ਆ, ਤੇ ਇਹਦਾ ਮਤਲਬ ਇਸ ਕੁਆਇਲ 'ਚ ਫਲਕਸ ਚੇਂਜ ਹੋ ਰਹੀ, ਔਰ ਇਸ ਕੁਆਇਲ ਦੇ ਅੰਦਰ ਫਲਕਸ ਦੀ ਚੇਂਜ ਲਈ ਰਿਸਪੌਂਸਿਬਲ ਇਸ ਸੈਕੰਡਰੀ ਕੁਆਇਲ ਦੀ ਫਲਕਸ ਦਾ ਚੇਂਜ ਹੋਣਾ। ਯਾਨੀ ਇਸ ਕੁਆਇਲ 'ਚ ਵੀ ਫਲਕਸ ਚੇਂਜ ਹੁੰਦੀ ਪਈ। ਉਹ ਕਹਿੰਦਾ ਫਿਰ ਚੇਂਜ ਕਿਹਦੇ ਨਾਲ ਹੁੰਦੀ ਪਈ? ਕਰੰਟ ਨਾਲ ਹੀ ਚੇਂਜ ਹੋਣੀ ਸੀ। ਕਰੰਟ ਦਾ ਚੇਂਜ ਨਹੀਂ ਹੋ ਰਿਹਾ, ਫਿਰ ਫਲਕਸ ਕਿਉਂ ਚੇਂਜ ਹੋ ਰਹੀ ਆ? ਹੁਣ ਉਹਨੇ ਕਿੱਥੋਂ ਜਾ ਕੇ ਐਕਸਪਲੇਨ ਕੀਤਾ, ਮੈਂ ਉਹਦੀ ਇੱਕ ਐਗਜ਼ਾਮਪਲ ਦਿੰਦਾ, ਉਹਨੂੰ ਸਮਝਿਓ। ਆਪਾਂ ਸਾਰੇ ਕਾਰ 'ਚ ਕਈ ਵਾਰੀ ਜਦੋਂ ਡਰਾਈਵ ਕਰਦੇ, ਜਾਂ ਤੁਸੀਂ ਇੱਕ ਹੋਰ ਐਗਜ਼ਾਮਪਲ ਦੇਣਾ, ਅੱਜ ਕੱਲ ਆਪਣੇ ਘਰਾਂ ਦੇ ਵਿੱਚ ਜਿਹੜੀ ਲਾਈਟਾਂ ਲੱਗੀਆਂ ਹੋਈਆਂ ਉਹ LED ਲਾਈਟਸ ਆ। ਪਤਾ ਆਪਾਂ ਘਰਾਂ 'ਚ ਟਿਊਬ ਲਾਈਟ ਜਿਹੜੀਆਂ ਲਗਾਈਆਂ, ਪੁਰਾਣੀਆਂ ਟਿਊਬਾਂ ਨਹੀਂ ਹੈਗੀਆਂ, ਜਿਹੜੀਆਂ ਨਵੀਆਂ ਟਿਊਬ ਲਾਈਟ ਲੱਗੀਆਂ ਹੋਈਆਂ ਉਹ LED ਲਾਈਟਸ ਹੁੰਦੀਆਂ। ਕਿਆ ਪਤਾ ਇਸ ਵਰਡ ਦਾ? यस सर यस सर ਜਿਹੜੇ ਬਲਬ ਹੋ ਗਏ ਅੱਜ ਕੱਲ ਆਪਣੇ ਵਾਈਟ ਬਲਬ ਆ, ਉਹ ਵੀ LED ਬਲਬ ਆ। ਤੁਸੀਂ ਪੁੱਤ ਇੱਕ ਚੀਜ਼ ਨੋਟ ਕਰੋ, ਤੁਸੀਂ ਜਦੋਂ ਉਹਨੂੰ ਸਵਿਚ ਔਨ ਕਰਦੇ ਹੋ ਤੇ ਜਦੋਂ ਸਵਿਚ ਆਫ ਕਰਦੇ ਹੋ, ਇੱਕ ਚੀਜ਼ ਨੋਟਿਸ ਕਰੋ, ਕਿਆ ਉਹ ਬਲਬ ਇੱਕਦਮ ਆਪਣੀ ਫੁੱਲ ਬ੍ਰਾਈਟਨੈਸ ਤੇ ਪਹੁੰਚਦਾ ਤੇ ਇੱਕਦਮ 0 ਹੋ ਜਾਂਦੀ ਬ੍ਰਾਈਟਨੈਸ, ਕਿ ਇਟ ਵਿਲ ਟੇਕ ਸਮ ਟਾਈਮ? टाइम लगेगा सर ਕਿੰਨਾ ਟਾਈਮ ਲੱਗਦਾ? ਤੁਸੀਂ ਬਲਬ ਜਿਹੜਾ ਵਾ ਬੰਦ ਕਰ ਦਿੱਤਾ, ਠੀਕ ਹੈ, ਤੁਸੀਂ ਬਲਬ ਬੰਦ ਕਰਤਾ, ਤੁਸੀਂ ਨੋਟ ਕਰੋਗੇ ਹੌਲੀ ਹੌਲੀ ਕਮਰੇ ਦੇ ਵਿੱਚ ਲਾਈਟ ਜਿਹੜੀ ਆ ਉਹ 0 ਹੁੰਦੀ, ਉਹ ਇੱਕਦਮ ਮੇਰੇ ਕੋਲ ਜਿਹੜੀ ਬ੍ਰਾਈਟਨੈਸ ਖਤਮ ਨਹੀਂ ਹੁੰਦੀ। that takes some time to decrease the brightness from maximum to 0। ਇਹਦਾ ਮਤਲਬ ਉਸ ਬਲਬ ਦੀ ਬ੍ਰਾਈਟਨੈਸ 0 ਤੋਂ ਮੈਕਸਿਮਮ ਹੁੰਦੇ ਵੀ ਤੇ ਮੈਕਸਿਮਮ ਤੋਂ 0 ਹੁੰਦੇ ਵੀ ਉਹ ਟਾਈਮ ਲੱਗਦਾ। ਤੇ ਜੇ ਮੈਂ ਇਹਨੂੰ ਗ੍ਰਾਫਿਕਲੀ ਇਸ ਲਾਈਨ ਨੂੰ ਕਹਿਣਾ ਹੋਵੇ ਨਾ, ਤੇ ਉਹਦੇ ਲਈ ਇਦਾਂ ਕਰਕੇ ਕੁਝ ਕਵਾਂਗਾ ਕਿ ਜੇ ਮੈਂ ਆਹ ਗ੍ਰਾਫ ਨੂੰ ਆਬਜ਼ਰਵ ਕਰਾਂ,
ਇਹਦੇ ਅਕੋਰਡਿੰਗਲੀ ਕੀ ਹੋ ਰਿਹਾ ਕਿ ਇਸ ਪੋਜੀਸ਼ਨ ਤੱਕ ਜਿਹੜਾ ਟਾਈਮ ਹੈ ਨਾ, ਇੱਥੋਂ ਲੈ ਕੇ ਇੱਥੇ ਤੱਕ, ਮੰਨ ਲਓ ਇਹ 1 ਮਿਲੀ ਸੈਕਿੰਡ ਦਾ ਟਾਈਮ ਹੈ, ਇਹ 1 ਮਿਲੀ ਸੈਕਿੰਡ ਦਾ ਟਾਈਮ ਹੈ। ਇਸ 1 ਮਿਲੀ ਸੈਕਿੰਡ ਦੇ ਅੰਦਰ ਕਰੰਟ ਜਿਹੜਾ ਵਾ ਉਹ 0 ਤੋਂ ਮੈਕਸਿਮਮ ਤੱਕ ਪਹੁੰਚਿਆ, ਠੀਕ ਹੈ, ਯਾਨੀ ਕਰੰਟ ਇੱਕਦਮ ਮੈਕਸਿਮਮ ਨਹੀਂ ਹੋਇਆ। ਔਰ ਸੇਮ ਫਿਨੋਮੀਨਾ ਇਸ ਕੁਆਇਲ 'ਚ ਵੀ ਹੁੰਦਾ। ਇਸ ਕੁਆਇਲ ਦੇ ਅੰਦਰ ਜਦੋਂ ਤੁਸੀਂ ਕਰੰਟ ਸਵਿਚ ਆਨ ਕਰਦੇ ਹੋ, ਅਸੀਂ ਕਹਿੰਦੇ ਉੱਥੇ ਪੁੱਤ ਕਰੰਟ ਨੂੰ ਕੰਟਰੋਲ ਕਰਨ ਵਾਲੇ 3 ਐਲੀਮੈਂਟ ਆ। ਇਹ ਚੀਜ਼ਾਂ ਕੁਝ ਤੁਹਾਡੇ ਸਮਝਣ ਵਾਲੀਆਂ ਹੈਗੀਆਂ ਜੇ ਕਨਸੈਪਟ ਨੂੰ ਆਪਾਂ ਪ੍ਰੋਪਰ ਦਿਮਾਗ 'ਚ ਬਿਠਾਣਾ। 3 ਕਰੰਟ ਕੰਟਰੋਲਿੰਗ ਐਲੀਮੈਂਟ ਹੁੰਦੇ ਆ। ਇੱਕ ਹੁੰਦਾ ਕੈਪੈਸਿਟਰ, ਇੱਕ ਹੁੰਦੀ ਰੈਜ਼ਿਸਟਰ ਤੇ ਇੱਕ ਹੁੰਦੀ ਇੰਡਕਟਰ ਕੁਆਇਲ। ਮੈਂ 3 ਵਰਡ ਬੋਲੇ ਕਿ ਸਮਝ ਲੱਗੇ ਕਿਹੜੇ? ਕੋਈ ਆਵਾਜ਼ ਆ ਰਹੀ ਹੈ? Yes, sir. Yes, sir. Yes, sir. 3 ਐਲੀਮੈਂਟ ਆ ਕਰੰਟ ਨੂੰ ਕੰਟਰੋਲ ਕਰਨ ਵਾਲੇ। ਇੱਕ ਤੁਹਾਡਾ ਕੈਪੈਸਿਟਰ, ਠੀਕ ਹੈ ਜੀ, ਇੱਕ ਤੁਹਾਡੇ ਕੋਲ ਕੁਆਇਲ ਨੂੰ ਅਸੀਂ ਪ੍ਰੋਪਰ ਵਰਡ ਅੱਗੇ ਜਾ ਕੇ ਦੇ ਦਾਂਗੇ ਇੰਡਕਟਰ ਕੁਆਇਲ, ਤੇ ਤੀਜਾ ਹੁੰਦਾ ਕਰੰਟ ਨੂੰ ਕੰਟਰੋਲ ਕਰਨ ਲਈ ਰੈਜ਼ਿਸਟਰ। ਹੁਣ ਤਿੰਨਾਂ ਦਾ ਬਿਹੇਵੀਅਰ ਕਰੰਟ ਵਾਸਤੇ ਸੇਮ ਨਹੀਂ ਹੁੰਦਾ। ਮੈਂ ਇੱਕ ਐਗਜ਼ਾਮਪਲ ਦਿੰਦਾ ਜਿੰਨਾ ਜ਼ਿਆਦਾ ਬੈਟਰ ਕਲੀਅਰ ਹੋ ਜਾਏਗੀ ਗੱਲ। ਆਪਾਂ ਮੰਨ ਲਓ ਇੱਕ ਕੈਪੈਸਿਟਰ ਲੈ ਲਿਆ, ਇੱਕ ਕੈਪੈਸਿਟਰ ਲੈ ਲਿਆ। ਇਸ ਕੈਪੈਸਿਟਰ ਨੂੰ ਤੁਸੀਂ ਇੱਕ ਬੈਟਰੀ ਦੇ ਨਾਲ ਅਟੈਚ ਕਰ ਦਿਓ, ਠੀਕ ਹੈ। ਜਦੋਂ ਕੈਪੈਸਿਟਰ ਬੈਟਰੀ ਨਾਲ ਅਟੈਚ ਕੀਤਾ, ਮੰਨ ਲਓ ਆਪਾਂ ਆ 1 ਵੇ ਕੀ ਵੀ ਲਗਾਤੀ ਹੈ, ਟੈਪਿੰਗ ਕੀ ਲਗਾ ਦਿੱਤੀ। ਜਿੱਦਾਂ ਹੀ ਮੈਂ ਟੈਪਿੰਗ ਕੀ ਪ੍ਰੈਸ ਕੀਤੀ, ਕਿਆ ਮੇਰਾ ਕੈਪੈਸਿਟਰ 0 ਤੋਂ ਮੈਕਸਿਮਮ ਇੱਕਦਮ ਚਾਰਜ ਹੋ ਜੂ? No, sir. No, ਨਹੀਂ sir. ਹੋਏਗਾ। ਕਿਉਂ ਨਹੀਂ ਹੋਏਗਾ? ਕਿਉਂਕਿ ਜਿੱਦਾਂ ਹੀ ਮੈਂ ਇਹਨੂੰ ਸਵਿਚ ਆਨ ਕੀਤਾ, ਇਹਨੇ ਚਾਰਜ ਭੇਜਿਆ, ਪਰ ਇਹ ਕੈਪੈਸਿਟਰ ਤੇ ਜਦੋਂ ਪਹਿਲਾ ਪੋਜ਼ਿਟਿਵ ਪਹਿਲਾ ਨੈਗੇਟਿਵ ਚਾਰਜ ਬਣਿਆ, ਹੁਣ ਅਗਲਾ ਪੋਜ਼ਿਟਿਵ ਚਾਰਜ ਜਦੋਂ ਇਹ ਤੋਂ ਤੁਰ ਕੇ ਬੈਟਰੀ ਦੇ ਪੋਜ਼ਿਟਿਵ ਤੋਂ ਇੱਥੇ ਸਟੋਰ ਹੋਣ ਵਾਸਤੇ ਗਿਆ, ਤੇ ਆ ਪਹਿਲਾ ਜਿਹੜਾ ਉਹਦੇ ਤੇ ਖੜਾ ਹੋ ਗਿਆ, ਇਹ ਕੀ ਕਰੂ? ਇਹਨੂੰ Oppose. ਰਿਪੈਲ ਕਰੇਗਾ, ਅਪੋਜ਼ ਕਰੇਗਾ। Repel. ਇਹਦਾ ਮਤਲਬ ਆ ਇਸ ਚਾਰਜ ਨੂੰ ਇੱਥੇ ਸਟੋਰ ਹੋਣ ਵਾਸਤੇ ਥੋੜਾ ਜ਼ੋਰ ਲਾਣਾ ਪਊ, ਕੰਮ ਕਰਨਾ ਪਊਗਾ। Yes, sir. ਤੇ ਬੱਚੇ ਫਿਰ ਜਿੱਦਾਂ ਜਿੱਦਾਂ ਇਹਨਾਂ ਪਲੇਟ ਤੇ ਚਾਰਜ ਦੀ ਅਮਾਉਂਟ ਸਟੋਰ ਹੁੰਦੀ ਜਾਊ, ਅਗਲੇ ਆਉਣ ਵਾਲੇ ਹਰ ਚਾਰਜ ਨੂੰ ਜਿਹੜੇ ਪਹਿਲੋਂ ਤੋਂ ਚਾਰਜ ਉੱਤੇ ਪਹੁੰਚ ਚੁੱਕੇ, ਉਹਨਾਂ ਦੇ ਅਗੇਂਸਟ ਵਰਕ ਕਰਨਾ ਪੈ ਰਿਹਾ। Yes, sir. Yes, sir. Yes, sir. ਜੇ ਮੈਂ ਹੁਣ ਇੱਥੇ ਆ I ਦੀ ਥਾਂ ਤੇ ਇੱਥੇ ਚਾਰਜ ਲਿਖ ਦਵਾਂ, ਤੇ ਇਹਦਾ ਮਤਲਬ ਆ 0 ਤੋਂ ਲੈ ਕੇ ਮੈਕਸਿਮਮ ਚਾਰਜ ਨੂੰ ਆਉਣ ਵਾਸਤੇ ਮੰਨ ਲਓ 1 ਸੈਕਿੰਡ ਲੱਗਿਆ ਜਾਂ 1 ਮਿੰਟ, ਟਾਈਮ ਜੋ ਮਰਜ਼ੀ ਬੋਲੋ। ਇਹਦਾ ਮਤਲਬ 1 ਸੈਕਿੰਡ ਬਾਅਦ ਜਾ ਕੇ ਕੈਪੈਸਿਟਰ ਫੁੱਲੀ ਚਾਰਜ ਹੋਇਆ, ਜਾਂ ਮੰਨ ਲਓ 2 ਸੈਕਿੰਡ ਕਹਿ ਦੋ। ਇਹਦਾ ਮਤਲਬ ਆ 2 ਸੈਕਿੰਡ ਦੇ ਅੰਦਰ, ਯਾਨੀ ਪਹਿਲੋਂ ਚਾਰਜ 0 ਸੀ, ਪਹਿਲੋਂ ਚਾਰਜ 0 ਫਲੋ ਕੀਤਾ, 2 ਸੈਕਿੰਡ ਦੇ ਅੰਦਰ ਉਹਦੇ ਚ ਚਾਰਜ 0 ਤੋਂ ਮੈਕਸਿਮਮ ਹੋਇਆ। ਇਨ ਦਾ ਸਿਮਿਲਰ ਵੇ ਜਦੋਂ ਮੈਂ ਇਹਨੂੰ ਰਿਮੂਵ ਕਰਾਂਗਾ, ਹਨਾ, ਜੇ ਇਹਨੂੰ ਮੈਂ ਰਿਮੂਵ ਕਰਾਂ ਤੇ ਮੈਂ ਕਹਾਂ ਜੀ ਕੈਪੈਸਿਟਰ ਮੇਰਾ ਡਿਸਚਾਰਜ ਹੋਣਾ ਸ਼ੁਰੂ ਹੋ ਗਿਆ, ਮੰਨ ਲਓ, ਠੀਕ ਹੈ। ਐਸਾ ਚੀਜ਼ਾਂ ਨਹੀਂ, ਇਹਨੂੰ ਮੈਂ ਪ੍ਰੈਸ ਹੀ ਕੀਤਾ ਪਰ ਬੈਟਰੀ ਹੁਣ ਚਾਰਜ ਨਹੀਂ ਦਿੰਦੀ, ਇਹ ਮੈਕਸਿਮਮ ਚਾਰਜ ਹੋ ਗਿਆ। ਤੇ ਜੇ ਮੈਕਸਿਮਮ ਚਾਰਜ ਹੋ ਚੁੱਕਾ ਵਾ, ਮੈਂ ਕੀ ਕੀਤਾ, ਇਥੋਂ ਬੈਟਰੀ ਲਾ ਲਈ, ਇਥੋਂ ਬੈਟਰੀ ਲਾ ਲਈ, ਇੱਥੇ ਇੱਕ ਬਲਬ ਲਾਤਾ, ਠੀਕ ਹੈ, ਇੱਥੇ ਮੈਂ ਇੱਕ ਬਲਬ ਲਾ ਦਿੱਤਾ। ਹੁਣ ਕੀ ਹੋਇਆ? ਕਹਿੰਦਾ ਜੀ ਆਹ ਬਲਬ ਦੇ 2 ਟਰਮੀਨਲ ਦੇ ਅਕ੍ਰੋਸ ਜੇ ਮੈਂ ਸੋਚਾਂ, ਤੇ ਪੁੱਤ ਆਹ ਕੈਪੈਸਿਟਰ ਮੇਰਾ ਇੱਕ ਤਰ੍ਹਾਂ ਹੁਣ ਬੈਟਰੀ ਦਾ ਕੰਮ ਕਰੂਗਾ, ਇਹਦੇ ਕੋਲ ਚਾਰਜ ਹੈਗਾ, ਠੀਕ ਹੈ ਜੀ। ਔਰ ਇਹਦੀ ਇੱਕ ਪਲੇਟ ਹਾਈ ਪੋਟੈਂਸ਼ੀਅਲ ਤੇ ਆ, ਔਰ ਇੱਕ ਪਲੇਟ ਇਹਦੀ ਲੋ ਪੋਟੈਂਸ਼ੀਅਲ ਤੇ ਆ, ਤੇ ਚਾਰਜ ਕਿੱਧਰੋਂ ਕਿੱਧਰ ਨੂੰ ਫਲੋ ਕਰਦਾ? High to low. ਹਾਈ ਟੂ ਲੋ। ਇਹਦਾ ਮਤਲਬ ਇਸ ਹਾਈ ਪੋਟੈਂਸ਼ੀਅਲ ਪਲੇਟ ਤੋਂ ਪੋਜ਼ਿਟਿਵ ਚਾਰਜ ਜਿਹੜਾ ਵਾ ਉਹ ਫਲੋ ਕਰਕੇ ਬਲਬ ਦੇ ਥਰੂ ਹੋ ਕੇ ਇਸ ਕੈਪੈਸਿਟਰ ਦੇ ਨੈਗੇਟਿਵ ਨਾਲ ਨਿਊਟਰਲਾਈਜ਼ ਹੋਣ ਵਾਸਤੇ ਜਾ ਰਿਹਾ। ਇਹਦਾ ਮਤਲਬ ਕੰਟੀਨਿਊਸਲੀ ਕੀ ਹੋਏਗਾ, ਇੱਕ ਪੋਜ਼ਿਟਿਵ ਨਾਲ ਇੱਕ ਨੈਗੇਟਿਵ ਨਿਊਟਰਲਾਈਜ਼ ਹੋ ਗਿਆ, ਫਿਰ ਇੱਕ ਪੋਜ਼ਿਟਿਵ ਨਾਲ ਇੱਕ ਨੈਗੇਟਿਵ ਨਿਊਟਰਲਾਈਜ਼ ਹੋ ਗਿਆ। ਇਟ ਮੀਨਸ capacitor takes some time to decrease the charge from maximum to 0. ਇਹਦਾ ਮਤਲਬ ਇਹਨੂੰ 2 ਸੈਕਿੰਡ ਲੱਗ ਗਏ, ਠੀਕ ਹੈ ਜੀ, ਚਾਰਜ ਨੂੰ ਮੈਕਸਿਮਮ ਤੋਂ 0 ਕਰਨ ਵਾਸਤੇ। ਕੀ ਆ ਗੱਲ ਸਮਝ ਆਈ? Yes, sir. Yes, sir. ਠੀਕ ਆ। ਹੁਣ ਅਗਲੀ ਗੱਲ ਸਮਝੋ, ਜੇ ਇੱਥੇ ਕੈਪੈਸਿਟਰ ਦੀ ਥਾਂ ਤੇ ਰੈਜ਼ਿਸਟਰ ਲੱਗੀ ਹੁੰਦੀ, ਜੇ ਕੈਪੈਸਿਟਰ ਦੀ ਥਾਂ ਤੇ ਰੈਜ਼ਿਸਟਰ ਲੱਗੀ ਹੁੰਦੀ ਔਰ ਇਹਨੂੰ ਤੁਸੀਂ ਬੈਟਰੀ ਨਾਲ ਅਟੈਚ ਕਰਦੇ ਹੋ, ਠੀਕ ਆ, ਤੇ ਇਹ ਓਮਸ ਲਾਅ ਨੂੰ ਓਬੇ ਕਰਦੀ ਹੈ। ਓਮਸ ਲਾਅ ਚ ਅਸੀਂ ਕੀ ਪੜਿਆ ਸੀ ਕਿ ਵੀ ਜਦੋਂ ਪੋਟੈਂਸ਼ੀਅਲ ਡਿਫਰੈਂਸ 0, ਠੀਕ ਹੈ ਜੀ, V ਤੇ I ਦਾ ਗ੍ਰਾਫ ਸੀਗਾ, ਜਦੋਂ ਪੋਟੈਂਸ਼ੀਅਲ ਡਿਫਰੈਂਸ 0 ਕਰੰਟ ਵੀ 0, ਜਿੱਦਾਂ ਜਿੱਦਾਂ ਪੋਟੈਂਸ਼ੀਅਲ ਡਿਫਰੈਂਸ ਵੱਧਦਾ ਗਿਆ ਕਰੰਟ ਵੱਧਦਾ ਗਿਆ। ਇਹਦਾ ਮਤਲਬ ਆ ਰੈਜ਼ਿਸਟਰ ਦੇ ਅੰਦਰ, ਰੈਜ਼ਿਸਟਰ ਦੇ ਨੂੰ ਜਦੋਂ ਤੁਸੀਂ DC ਸੋਰਸ ਨਾਲ ਲਗਾਉਂਦੇ ਹੋ
है ना, ये एकदम करंट नू जीरो ते मैक्सिमम कर दी है, ठीक है जी। पर जे इत्थे मैं कैपेसिटर लावां, जे मैं इस डीसी सोर्स ना कैपेसिटर लावां या डीसी सोर्स दे नाल मैं इत्थे कॉइल लगा दा, ते ये पुत दोनों ही कंपोनेंट दी प्रॉपर्टी आ कि इन्हां दे अंदर करंट दी ग्रोथ, ठीक है, ते करंट दा डिके, करंट दी ग्रोथ ते करंट दा डिके ये इंस्टैंटेनियस नहीं हुंदा। यानी करंट ऑलवेज, मैनूं इक्को लाइन चाहिदी सी जिन्हों मैं लैके हुण अगे वापस मुड़ जाना उत्ते, ठीक है। इसका मतलब ये हो गया कि करंट ऑलवेज टेक सम टाइम टू इंक्रीज फ्रॉम जीरो टू मैक्सिमम एंड टेक सम टाइम टू डिक्रीज फ्रॉम मैक्सिमम टू जीरो। क्या आ गल समझ लगी? Yes, Yes, sir. sir. चलो वापस हुण इस लाइन ते आ रहा। ਇਹਦਾ मतलब ਜਦੋਂ ਇਹਨੂੰ ਮੈਂ ਸਵਿਚ ਔਨ ਕਰਾਂਗਾ ਤੇ ਇਸ ਕੋਇਲ ਦੇ ਵਿੱਚ ਕਰੰਟ ਜ਼ੀਰੋ ਤੋਂ ਮਾੜਾ ਜਿਹਾ ਵਧਣਾ ਸ਼ੁਰੂ ਹੋਏ, ठीक है। ਹੁਣ ਜਿੱਦਾਂ ਜਿੱਦਾਂ ਕਰੰਟ ਜ਼ੀਰੋ ਤੋਂ ਮੈਕਸਿਮਮ ਵੱਲ ਵਧਦਾ ਜਾਏਗਾ, ਇਹਦਾ ਮਤਲਬ I ਦੀ ਵੈਲਿਊ ਸਰਕਟ 'ਚ ਲਗਾਤਾਰ ਚੇਂਜ ਹੋਏਗੀ, ਤੇ ਜੇ I ਚੇਂਜ ਹੋਏਗਾ ਕੋਇਲ 'ਚ ਜਿਹੜਾ ਪਾਸ ਹੋ ਰਿਹਾ, ਤੇ ਇੱਥੇ I ਦੇ ਚੇਂਜ ਹੋਣ ਦਾ ਮਤਲਬ ਮੈਗਨੈਟਿਕ ਫੀਲਡ ਵੀ ਚੇਂਜ ਹੁੰਦਾ ਰਹੂ। Yes, sir. Yes, sir. ਜੇ ਮੈਗਨੈਟਿਕ ਫੀਲਡ ਚੇਂਜ ਹੁੰਦਾ ਰਹੇਗਾ ਤੇ ਇਸ ਫਾਰਮੂਲੇ ਦੇ ਅਕੋਰਡਿੰਗਲੀ ਫਿਰ ਮੈਗਨੈਟਿਕ ਫਲਕਸ ਵੀ ਚੇਂਜ ਹੋਏਗੀ। ਇਹਦਾ ਮਤਲਬ ਇਹ ਹੋ ਗਿਆ ਜਦੋਂ ਇਸ ਕੋਇਲ ਚੋਂ ਕਰੰਟ ਜ਼ੀਰੋ ਤੋਂ ਮੈਕਸਿਮਮ ਵੱਲ ਜਾ ਰਿਹਾ, ਮੈਕਸਿਮਮ ਹੋ ਨਹੀਂ ਗਿਆ ਹੈ ਨਾ, ਉਦੋਂ ਤੱਕ ਇਸ ਕੋਇਲ ਦੇ ਅੰਦਰ ਮੈਗਨੈਟਿਕ ਫੀਲਡ ਦੀ ਸਟਰੈਂਥ ਚੇਂਜ ਹੁੰਦੀ ਰਹੀ ਹੈ, ਤੇ ਜਦੋਂ ਤੱਕ ਮੈਗਨੈਟਿਕ ਫੀਲਡ ਦੀ ਸਟਰੈਂਥ ਵੱਧਦੀ ਗਈ ਇਹਦੇ ਵਿੱਚ ਫਲਕਸ ਵੀ ਇਨਕਰੀਜ਼ ਹੁੰਦੀ ਗਈ। ਔਰ ਇੱਕ ਪ੍ਰੋਪਰਟੀ, the two coils are placed in such a way, the two coils are placed in such a way, whatever be the magnetic flux change with the secondary coil, the same magnetic flux also change in primary coil। आ मेरे को एक कोर हो गई, ये आयरन दी एक रॉड हो गई, मैं ਇਹਦੇ ਉੱਤੇ ਇੱਕ ਤਾਰ ਲਪੇਟ ਦਿੱਤੀ, ਕੋਇਲ ਬਣਾ ਲਈ, ਉਹ ਮੇਰੀ ਪ੍ਰਾਇਮਰੀ ਕੋਇਲ ਹੈ, ਠੀਕ ਹੈ। ਉਹਦੇ ਨਾਲ ਹੀ ਮੈਂ ਇਹਦੇ ਉੱਤੇ ਇੱਕ ਹੋਰ ਕੋਇਲ ਲਪੇਟ ਦਿੱਤੀ, ਉਹ ਮੇਰੀ ਸੈਕੰਡਰੀ ਕੋਇਲ ਹੈ। ਪਰ ਦੋਨੋਂ ਕੋਇਲਾਂ ਇੱਕ ਦੂਜੇ ਤੋਂ ਵੈਲ ਇਨਸੂਲੇਟਡ ਆ, दोनों कोयला एक दूजे तो वेल इंसुलेटेड आ, मतलब एक कोयल दा करंट दूजी कोयल च नहीं जांदा पिया। गल समझ लगदी भी? Yes, sir. Yes, sir. ते जदों Yes, sir. इस वे ना दोने कोयला इक्को कोर ते आ, ते पुੱਤ ਜਦੋਂ ਇੱਕ ਕੋਇਲ ਚੋਂ ਮੰਨ ਲਓ ਇਹਦੇ ਵਿੱਚ ਮੈਂ ਆਹੀ ਜੋ ਲਾਈਨ ਬੋਲਦਾ ਪਿਆ ਇਹਨੂੰ ਸ਼ੋ ਕਰਾਂ ਤੇ ਇਦਾਂ ਕਹਿ ਰਿਹਾ ਕਿ ਆ ਮੇਰੀ ਕੋਰ ਹੋ ਗਈ, ਇਸ ਕੋਰ ਦੇ ਉੱਤੇ ਮੈਂ ਇੱਕ ਕੋਇਲ ਰੈਪ ਕਰ ਲਈ, ਇਹਨੂੰ ਮੈਂ ਬੈਟਰੀ ਨਾਲ ਜੋੜ ਦਿੱਤਾ, ਨਾਲ ਇਹਦੇ ਮੈਂ ਆ ਟੈਪਿੰਗ ਕੀ ਲਗਾਤੀ, ਤੇ ਇੱਕ ਹੋਰ ਮੈਂ ਕੋਇਲ ਇਸੇ ਦੇ ਉੱਤੇ ਇੱਥੇ ਰੈਪ ਕੀਤੀ ਹੋਈ ਆ, ਠੀਕ ਆ। ਦੋਨੋਂ ਕੋਇਲਾਂ ਇੱਕੋ ਕੋਰ ਤੇ ਹੈਗੀਆਂ, ਦੋਨੋਂ ਕੋਇਲਾਂ ਇੱਕੋ ਕੋਰ ਦੇ ਉੱਤੇ ਆ, ਪਰ ਕਿਤੇ ਵੀ ਇੱਕ ਦੂਜੇ ਨਾਲ ਜੁੜੀਆਂ ਨਹੀਂ ਹੋਈਆਂ, ਠੀਕ ਹੈ। ਔਰ ਇਸ ਕੋਇਲ ਦੇ ਨਾਲ ਮੈਂ ਇੱਕ ਗੈਲਵੇਨੋਮੀਟਰ ਜੋੜਿਆ। ਹੁਣ ਜਦੋਂ ਮੈਂ ਇਸ ਕੋਇਲ ਚੋਂ ਪ੍ਰਾਇਮਰੀ ਕੋਇਲ ਜਿਹੜੀ ਸੋਲਿਡ ਲਾਈਨ ਨਾਲ ਦਿਖਾਣਾ, ਉਹ ਚੋਂ ਕਰੰਟ ਪਾਸ ਕਰੂੰਗਾ, ਤੇ ਅਸੀਂ ਕਿਹਾ ਜੀ ਉਹ ਆਪਣਾ ਮੈਗਨੈਟਿਕ ਫੀਲਡ ਬਣਾਉਣਾ ਸ਼ੁਰੂ ਕਰ, ਤੇ ਇਸ ਕੋਰ ਦੇ ਥਰੂ ਕੋਰ ਵੀ ਮੈਗਨੇਟਾਈਜ਼ ਹੋ ਗਈ, ਤੇ ਇਸ ਕੋਰ ਦੇ ਥਰੂ ਸੈਕੰਡਰੀ ਕੋਇਲ ਵੀ ਮੇਰੀ ਜਿਹੜੀ ਆ ਉਹ ਵੀ ਮੈਗਨੇਟਾਈਜ਼ ਹੋਣੀ ਸ਼ੁਰੂ ਹੋ ਜਾਊ। Yes, sir. sir. ਹੁਣ ਜਦੋਂ ਪ੍ਰਾਇਮਰੀ ਕੋਇਲ ਚੋਂ ਜਾਂ ਸੈਕੰਡਰੀ, ਇਹਨੂੰ ਮੈਂ ਨਾਮ ਬਦਲ ਰਿਹਾ, ਇਹ ਸੈਕੰਡਰੀ ਕਹਿ ਦੋ, ਆ ਮੇਰੀ ਪ੍ਰਾਇਮਰੀ, ਇਹਨਾਂ ਜਦੋਂ ਹੁਣ ਪ੍ਰਾਇਮਰੀ ਕੋਇਲ ਦੇ ਵਿੱਚੋਂ ਮੈਂ ਕਰੰਟ ਪਾਸ ਕੀਤਾ, ਤੇ ਇਹਦੇ ਕਰੰਟ ਦੇ ਪਾਸ ਹੋਣਾ ਇਹਦੇ ਅਰਾਊਂਡ ਮੈਗਨੈਟਿਕ ਫੀਲਡ ਬਣਨਾ ਸ਼ੁਰੂ ਹੋ ਗਿਆ, ਇਹਦੇ ਅਰਾਊਂਡ ਮੈਗਨੈਟਿਕ ਫੀਲਡ ਬਣਨਾ ਸ਼ੁਰੂ ਹੋ ਗਿਆ, ਤੇ ਕਰੰਟ ਦੀ ਸਟਰੈਂਥ ਦੇ ਵਧਣ ਨਾਲ, ਠੀਕ ਹੈ ਜੀ, ਇਹ ਚ ਮੈਗਨੈਟਿਕ ਫੀਲਡ ਵਧਣਾ ਸ਼ੁਰੂ ਹੋ ਗਿਆ। ਉਹ ਵੱਧਦੇ ਉਹਨੇ ਦੂਜੀ ਕੋਇਲ ਵੀ ਲਪੇਟ ਲਈ। ਇਹਦਾ ਮਤਲਬ ਹੋ ਗਿਆ ਕਿ ਵੀ ਜਿਹੜੀ ਮੈਗਨੈਟਿਕ ਫੀਲਡ ਦੀ ਸਟਰੈਂਥ ਤੁਹਾਡੀ ਪ੍ਰਾਇਮਰੀ ਚ ਬਣਦੀ ਆ, ਉਹੀ ਮੈਗਨੈਟਿਕ ਫੀਲਡ ਤੁਹਾਡਾ ਸੈਕੰਡਰੀ ਚ ਵੀ ਬਣਦਾ। ਇਹਦਾ ਮਤਲਬ ਦੋਨਾਂ ਕੋਇਲਾਂ ਦੇ ਵਿੱਚ ਕੀ ਕਾਮਨ ਆਇਆ ਜੀ? ਉਹ ਤਾਂ ਦੋਨਾਂ ਕੋਇਲਾਂ ਚ ਕੀ ਚੀਜ਼ ਕਾਮਨ ਹੋਈ? Magnetic ਫਲਕਸ Magnetic ਦੀ ਚੇਂਜ ਹੈ ਨਾ, ਫਲਕਸ ਦੀ ਚੇਂਜ ਦੋਨਾਂ ਕੋਇਲਾਂ ਚ ਸੇਮ ਆਂਦੀ ਪਈ ਆ, ਤੇ ਜਦੋਂ ਫਿਰ ਇਸ ਕੋਇਲ ਦੇ ਅੰਦਰ ਫਲਕਸ ਦੀ ਚੇਂਜ ਆਈ, ਉਹਦੀ ਗੱਲ ਛੱਡਤੀ, ਠੀਕ ਹੈ ਜੀ, ਉਹ ਚ ਫਲਕਸ ਚੇਂਜ ਹੋਈ ਨਹੀਂ ਹੋਈ ਆਪਾਂ ਨੂੰ ਕੋਈ ਲੈਣ ਦੇਣ ਨਹੀਂ ਆਣਾ। ਇਸ ਤੋਂ ਬਾਅਦ ਗੱਲ ਇਹ ਸੀ ਕਿ ਵੀ ਇਹਦੀ ਨੀਡਲ ਕਿਉਂ ਹਿੱਲੀ, ਇਹਨੂੰ ਤਾਂ ਅਸੀਂ ਕੋਈ ਬੈਟਰੀ ਲਾਈ ਨਹੀਂ ਸੀ, ਤੇ ਉਹਨੇ ਇਹ ਕਿਹਾ ਫਿਰ ਕਿ ਵੀ ਇਹਦੀ ਕੋਇਲ ਦੀ ਫਲਕਸ ਦੀ ਚੇਂਜ ਹੋਣ ਕਰਕੇ ਇਹਦੇ ਅੰਦਰ ਵੀ ਈਐਮਐਫ ਇੰਡਿਊਸ ਹੋ ਗਈ। क्या इन्नी गल समझ आई? Yes, sir. चलो हुण अगली गल कर रहे हैं, जदों मैं की रिमूव की उदों की होया, कहंदा जी जदों मैं की रिमूव की ना, इस कॉइल चो करंट डिक्रीज करना शुरू हो गया, ते जिहड़ा डिक्रीज होया वो भी इंस्टैंटेनियस नहीं हैगा, वो भी डिक्रीज होंदे टाइम लैंदा पिया।
ਇਟ ਮੀਨਸ ਜੇ ਕਰੰਟ ਕੁਝ ਟਾਈਮ ਲੈ ਰਿਹਾ ਡਿਕਰੀਜ਼ ਹੋਣ ਵਾਸਤੇ, ਤੇ ਇਹਦਾ ਮਤਲਬ I ਪਹਿਲੋਂ 5 ਸੀਗਾ, ਫਿਰ 4.5 ਰਹਿ ਗਿਆ, ਫਿਰ 4 ਰਹਿ ਗਿਆ, ਤੇ ਮੈਂ ਲਗਾਤਾਰ ਮੈਗਨੈਟਿਕ ਫੀਲਡ ਦੀ ਸਟਰੈਂਥ ਡਿਕਰੀਜ਼ ਹੋਣ ਲੱਗੀ। Yes, sir. Yes, sir. ਹੁਣ ਮੈਗਨੈਟਿਕ ਫੀਲਡ ਜਦੋਂ ਡਿਕਰੀਜ਼ ਹੋ ਰਿਹਾ ਤੇ ਫਿਰ ਫਲਕਸ ਚੇਂਜ ਹੋਣੀ ਸ਼ੁਰੂ ਹੋ ਗਈ, ਭਾਵੇਂ ਪਹਿਲੋਂ ਇਨਕਰੀਜ਼ਿੰਗ ਫਲਕਸ ਸੀਗੀ, ਹੁਣ ਡਿਕਰੀਜ਼ਿੰਗ ਫਲਕਸ ਆ ਗਈ, ਪਰ ਦੋਨਾਂ ਕੇਸਿਸ ਦੇ ਅੰਦਰ ਆਪਾਂ ਇਹ ਤਾਂ ਕਹਿ ਹੀ ਸਕਦੇ ਨਾ ਫਲਕਸ ਚੇਂਜ ਹੋਈ ਆ। Yes, sir. Yes, sir. ਸੋ ਇਤੋਂ ਕਨਕਲੂਡ ਕਰ ਰਿਹਾ ਫੈਰਾਡੇ ਦੇ ਫਰਸਟ ਲਾਅ ਨੂੰ, ਜਿਹਦੇ ਅਕੋਰਡਿੰਗਲੀ ਸੀਗਾ ਕਿ whenever amount of magnetic flux linked with the coil changes, always an EMF will induced in the coil, and that induced EMF will last so long as the change in flux continue। क्या इस स्टेटमेंट दा वर्ड टू वर्ड क्लियर होया? Yes, sir. हाँ जी, Yes, sir. क्लियर है? Yes, sir. Yes, sir. चल ਹੁਣ ਇਸੇ ਚੀਜ਼ ਨੂੰ ਲੈ ਕੇ ਅਗਲੀ ਗੱਲ ਕਰਦਾ ਬੇਟਾ ਫੈਰਾਡੇ ਸੈਕੰਡ ਲਾਅ। ਕਹਿੰਦਾ ਆਪਾਂ ਨੂੰ ਇਹ ਤਾਂ ਪਤਾ ਲੱਗ ਗਿਆ ਕਿ ਕੋਇਲ 'ਚ ਫਲਕਸ ਚੇਂਜ ਹੋਊਗੀ ਤੇ EMF ਇੰਡਿਊਸ ਹੋਊ। ਉਹ ਕਹਿੰਦਾ ਜੇ ਮੇਰੇ ਕੋਲ ਮੰਨ ਲਓ ਆਪਾਂ ਐਗਜ਼ਾਮਪਲ ਇਦਾਂ ਲੈ ਰਹੇ ਕਿ ਆ ਮੇਰੀ ਕੋਇਲ ਆ, ਠੀਕ ਹੈ ਜੀ, ਜੇ ਆ ਮੇਰੇ ਕੋਲ ਮੈਗਨੇਟ ਆ, ਜਦੋਂ ਮੈਂ ਮੈਗਨੇਟ ਮੂਵ ਕੀਤੀ ਸਲੋ ਤੇ ਜਦੋਂ ਮੈਂ ਮੈਗਨੇਟ ਮੂਵ ਕੀਤੀ ਫਾਸਟ, क्या दोनों केसेस ਦੇ ਅੰਦਰ EMF सेम आएगी? वोल्टेज एज सच कमा ਤੇ क्या दोनों केसेस ਦੇ ਅੰਦਰ वोल्टेज इंड्यूस सेम होएगी? ਉਹਦੇ ਲਈ ਫੈਰਾਡੇ ਨੇ ਸੈਕੰਡ ਲਾਅ ਦਿੱਤਾ। ਪਹਿਲੇ ਲਾਅ ਚ ਉਹਨੇ ਕਿਹਾ ਵਾ ਫਲਕਸ ਚੇਂਜ ਕਰਾਓ EMF ਇੰਡਿਊਸ ਹੋਏਗੀ, ਪਰ ਕਿੰਨੀ ਹੋਏਗੀ ਉਹਦੀ ਕੋਈ ਗੱਲ ਨਹੀਂ ਉਹਨੇ ਕੀਤੀ। ਉਹਨੇ ਉਹ ਚੀਜ਼ ਨੂੰ ਸੈਕੰਡ ਲਾਅ ਚ ਡਿਸਕਸ ਕੀਤਾ ਕਿ ਜਦੋਂ ਫਲਕਸ ਚੇਂਜ ਹੋਏਗੀ ਤੇ EMF ਇੰਡਿਊਸ ਹੋਏਗੀ, which is given by rate of change of magnetic flux linked with the coil that decided how much EMF will induce। यानी उन्हें ये क्या EMF induced in the coil, EMF ਨੂੰ ਆਪਾਂ small e ਨਾਲ symbol ਦਿੰਨੇ ਪਏ, EMF induced in the coil is always directly proportional to a rate of change of flux। ਉਹ ਕਹਿੰਦਾ ਕਿੰਨੀ ਫਲਕਸ ਕਿੰਨੇ ਟਾਈਮ ਚ ਚੇਂਜ ਹੋਈ ਆ, ਹਨਾ, ਕਿੰਨੀ ਫਲਕਸ ਕਿੰਨੇ ਟਾਈਮ ਚ ਚੇਂਜ ਹੋਈ ਆ, ठीक है जी, वो डिसाइड करेगी कि EMF कितनी इंड्यूस होनी। जे थोड़े टाइम दे अंदर कॉइल च फ्लक्स ज्यादा चेंज होएगी ते EMF यानी वोल्टेज भी ज्यादा इंड्यूस हो, ते जे ज्यादा टाइम दे अंदर फ्लक्स थोड़ी चेंज हुई ते कहना वोल्टेज थोड़ी इंड्यूस होएगी। क्या आ गल समझ लग रही? Yes, sir. Yes. ठीक है, ते पर इतो हटा के कांस्टेंट लावा, कांस्टेंट K आ गया, K * d∅dt। ठीक है, ਇਸੇ ਚੀਜ਼ ਨੂੰ ਅਸੀਂ ਐਸ ਚੇਤਾ ਵੀ ਲਿਖ ਦਿੰਦੇ K ਟਾਈਮਸ phi2 minus phi1/t। ਯਾਨੀ ਆ ਮੇਰੇ ਕੋਲ ਆ ਗਿਆ ਕਿ ਪਹਿਲਾਂ ਕੋਇਲ ਚ ਫਲਕਸ phi1 ਹੁੰਦੀ ਸੀ, ਜਦੋਂ ਮੈਗਨੇਟ ਮੂਵ ਕੀਤੀ ਜਾਂ ਕਿਸੇ ਹੋਰ ਕੌਜ਼ ਦੇ ਕਰਕੇ ਉਹਦੀ ਨਵੀਂ ਫਲਕਸ phi2 ਆ ਗਈ, ਤੇ ਜਿੰਨੀ ਫਲਕਸ ਚੇਂਜ ਹੋਈ ਆ, ਹਨਾ, ਉਹ ਕਿੰਨੇ ਟਾਈਮ ਚ ਚੇਂਜ ਹੋਈ ਉਹ ਮੈਟਰ ਕਰੇਗਾ। ਸਿੰਪਲ ਜੀ ਐਗਜ਼ਾਮਪਲ, ਮੰਨ ਲਓ ਆ ਮੇਰੀ ਮੈਗਨੇਟ ਆ, ਠੀਕ ਹੈ ਜੀ, ਮੈਗਨੇਟ ਇਸ ਵੇਲੇ ਇਸ ਕੋਇਲ ਦੇ ਅੰਦਰ ਕੰਪਲੀਟ ਇਮਰਸ ਆ, ठीक है, तो ਅਸੀਂ ਇਹ ਮੰਨਦੇ ਪਏ ਕਿ ਇਸ ਵੇਲੇ ਇਹਦੀ ਜਿਹੜੀ ਕੋਇਲ ਦੀ ਫਲਕਸ ਵਾ, ਹਨਾ, ਉਹ 20 ਵੈਬਰ ਆ, ਤੇ ਜਦੋਂ ਮੈਨੂੰ ਬਾਹਰ ਕੱਢਿਆ, ਠੀਕ ਹੈ ਜੀ, ਇਹਦੀ ਫਲਕਸ ਕੋਇਲ ਦੇ ਅੰਦਰ 0 ਵੈਬਰ ਹੋਗੀ। ਇਹਦਾ ਮਤਲਬ 20 ਤੋਂ 0 ਕਰਨ ਲੱਗੇ ਕਿਆ ਮੈਨੂੰ 10 ਸੈਕਿੰਡ ਲੱਗੇ ਕਿ ਮੈਨੂੰ 10 ਮਿਲੀ ਸੈਕਿੰਡ ਲੱਗੇ। ਉਹ ਡਿਸਾਈਡ ਕਰੇਗਾ ਕਿ ਵੀ ਤੁਹਾਡੀ ਫਲਕਸ ਦੀ ਚੇਂਜ ਕਿੰਨੀ ਹੋਈ, ਠੀਕ ਹੈ, ਕਿੰਨੇ ਟਾਈਮ ਚ ਹੋਈ, ਉਹਦੇ ਅਕੋਰਡਿੰਗਲੀ ਅਸੀਂ ਕਹਿੰਦੇ ਕੋਇਲ ਦੇ ਅੰਦਰ EMF ਇੰਡਿਊਸ ਹੋਏਗੀ। क्या सेकंड लॉ समझ लग गया? Yes, sir. Yes, sir. क्लियर है जी? करा कंटिन्यू? Yes, sir. Yes, sir. हैगे सारे जाने हैगे? Yes, sir. Yes, sir. Yes, sir. नेक्स्ट वर्ड ले रहे हैं जी। एक तो सिर्फ समझने वाली चीज़ां इसलिए समझ लइए और बुक चो तुसी प्रॉपर इनु पढ़ोगे। इनु कंटिन्यू कर रहे हैं। ਜਿਹੜਾ EMF ਦਾ ਫਾਰਮੂਲਾ ਆਇਆ ਹੁਣ ਜੇ ਇਹਨੂੰ ਪ੍ਰੋਪਰ ਵੇ ਨਾਲ ਲਿਖ ਦਵਾਂ ਤੇ ਅਸੀਂ ਇਹਨੂੰ ਲਿਖ ਦਿੰਨੇ E - d∅dt। ਪ੍ਰੋਪੋਰਸ਼ਨੈਲਿਟੀ ਕਾਂਸਟੈਂਟ K ਦੀ ਵੈਲਿਊ 1 ਆ, ਪਰ ਇੱਕ ਮਾਈਨਸ ਆ ਗਈ ਕਿਤੇ, ਉਹ ਕਹਿੰਦਾ ਜੀ ਮਾਈਨਸ ਕੀ ਦੱਸਦੀ ਪਈ। ਤੇ ਬੱਚੇ ਹੁਣ ਇਸ ਮਾਈਨਸ ਨੂੰ ਜਦੋਂ ਐਕਸਪਲੇਨ ਕਰਦੇ ਆ ਮਾਈਨਸ ਨਾਲ ਲਾ ਦਿੰਨੇ ਤੇ ਇਹਨੂੰ ਅਸੀਂ ਨਾਮ ਦੇ ਦਿੰਨੇ ਫੈਰਾਡੇ ਲੈਂਜ਼ ਲਾਅ। ਇਹ ਹੁਣ ਫੈਰਾਡੇ ਸੈਕੰਡ ਲਾਅ ਨਹੀਂ ਗੱਲਾਂ ਰਹਿ ਗਿਆ। कहना जी इस माइनस साइन की जस्टिफिकेशन जिहड़ी आ दैट इज टू बी गिवन बाय लेंज लॉ। ठीक है, ते ओ कहना जी माइनस की इंडिकेट करदी ते वो तो माइनस की डेफिनेशन जिहड़ी आ या माइनस की एक्सप्लेनेशन जिहड़ी आ
ਉਹ ਅਸੀਂ ਐਸ ਸੱਚ ਜਿੰਨਾ ਦੱਸਦੇ ਉਹ ਮੇਰਾ ਅਨਦਰ ਲਾਅ ਹੋਏਗਾ which is to be called as a Lenz law। ਹੁਣ ਇਹਦੀ ਸਟੇਟਮੈਂਟ ਧਿਆਨ ਨਾਲ ਸਮਝਿਓ, ਇਹ ਸਮਝਣ ਵਾਲੀ ਆ। ਲੈਂਜ਼ ਲਾਅ ਕੀ ਦੱਸਦਾ? ਕਹਿੰਦਾ ਲੈਂਜ਼ ਲਾਅ ਦੇ ਅਕੋਰਡਿੰਗਲੀ ਆਏਗਾ the EMF which is induced in the coil it always opposes the change in flux। ਜੋ ਮੈਂ ਬੋਲਿਆ ਮੈਂ ਉਸ ਲਾਈਨ ਨੂੰ ਜਸਟੀਫਾਈ ਕਰਾਂ ਤੇ ਇਦਾਂ ਗੱਲ ਕਵਾਂਗਾ, ਠੀਕ ਹੈ, ਕਿ ਇਹਦੇ ਲਈ ਆਪਾਂ ਵਰਡ ਇਦਾਂ ਦੇ ਦੇਣੇ the EMF which is induced in the coil it always opposes the cause which will produce it। ਜੇ ਦੋਨਾਂ ਲਾਈਨਾਂ ਨੂੰ ਮਤਲਬ ਕੱਢਾਂ ਤੇ ਮਤਲਬ ਇਹ ਹੋਏਗਾ ਕਿ ਜਦੋਂ ਕੋਇਲ ਦੇ ਅੰਦਰ ਵੋਲਟੇਜ ਇੰਡਿਊਸ ਹੋ ਗਈ ਨਾ, EMF ਇੰਡਿਊਸ ਹੋ ਗਈ, ਉਹਨੇ ਕੋਇਲ 'ਚ ਕੀ ਕਰਨਾ, ਜਿਹੜੀ ਐਸ ਸੱਚ ਫਲਕਸ ਚੇਂਜ ਹੁੰਦੀ ਪਈ ਸੀਗੀ, ਇਨਕਰੀਜ਼ ਹੋ ਰਹੀ ਡਿਕਰੀਜ਼ ਹੋ ਰਹੀ, ਉਹਨੇ ਫਲਕਸ ਦੀ ਚੇਂਜ ਨੂੰ ਅਪੋਜ਼ ਕਰਨਾ। ਕੀ ਲਾਈਨ ਸਮਝ ਲੱਗ ਰਹੀ ਜੋ ਦੱਸਦਾ ਪਿਆ? यस सर, यस सर। ਇਹੀ ਲਾਈਨ ਬਹੁਤ ਇੰਪੋਰਟੈਂਟ ਹੈ ਤੁਹਾਡੇ ਸਮਝਣ ਵਾਸਤੇ, ਠੀਕ ਹੈ। ਇਹਨੂੰ ਆਪਾਂ ਐਕਸਪਲੇਨ ਕਿੱਦਾਂ ਕਰੀਏ, ਉਹਦੇ ਲਈ ਆਪਾਂ ਇੱਕ ਐਕਸਪੈਰੀਮੈਂਟਲ ਵੈਰੀਫਿਕੇਸ਼ਨ ਲੈਂਦੇ ਹਾਂ, ਲੈਂਜ਼ ਲਾਅ। ਉਹ ਚੋਂ ਕੀ ਦਿਖਾ ਦਿੱਤਾ ਕਿ ਵੀ ਮੰਨ ਲਓ ਤੁਹਾਡੇ ਕੋਲ ਇੱਕ ਕੋਇਲ ਹੈਗੀ ਆ, ਤੁਹਾਡੇ ਕੋਲ ਇੱਕ ਕੋਇਲ ਆ ਗਈ, ਇਸ ਕੋਇਲ ਨੂੰ ਮੰਨ ਲਓ ਮੈਂ ਪਹਿਲਾਂ ਇੱਕ ਬੈਟਰੀ ਦੇ ਨਾਲ ਅਟੈਚ ਕੀਤਾ, ਠੀਕ ਹੈ, ਔਰ ਇੱਕ ਮੈਂ ਗਲਵੈਨੋਮੀਟਰ ਲਾ ਲਿਆ। ਗੱਲ ਸਮਝਿਓ ਧਿਆਨ ਨਾਲ, ਠੀਕ ਹੈ। ਇੱਕ ਮੈਂ ਕੋਇਲ ਲੈ ਲਈ, ਠੀਕ ਹੈ ਜੀ, ਕੋਇਲ ਦੇ ਨਾਲ ਮੈਂ ਇੱਕ ਬੈਟਰੀ ਔਰ ਇੱਕ ਗਲਵੈਨੋਮੀਟਰ ਅਟੈਚ ਕਰ ਲਿਆ, ਠੀਕ ਹੈ। ਇੱਕ ਅਸੀਂ ਲਾਤੀ ਇੱਥੇ 92 ਕੀ। ਹੁਣ ਜਦੋਂ ਮੈਂ ਕੀ ਪ੍ਰੈਸ ਕੀਤੀ ਤੇ ਲੈਟ ਵੀ ਸੇ ਕਿ ਇਸ ਮੂਵਮੈਂਟ ਦੇ ਵਿੱਚ ਇਸ ਵੇਲੇ ਜਦੋਂ ਇਸ ਕੋਇਲ ਚੋਂ ਕਰੰਟ ਪਾਸ ਕੀਤਾ, ਠੀਕ ਹੈ, ਤੇ ਇਸ ਕੋਇਲ 'ਚ ਇਸ ਵੇਲੇ ਜਿਹੜਾ ਕਰੰਟ ਘੁੰਮਦਾ ਪਿਆ, ਕਰੰਟ ਉੱਪਰੋਂ ਥੱਲੇ ਨੂੰ ਜਦੋਂ ਜਾਂਦਾ ਪਿਆ, ਕਰੰਟ ਉੱਪਰੋਂ ਥੱਲੇ ਨੂੰ ਜਦੋਂ ਜਾਂਦਾ ਪਿਆ ਤੇ ਮੈਂ ਨੋਟਿਸ ਕੀਤਾ ਕਰੰਟ ਐਂਟੀ ਕਲੌਕਵਾਈਜ਼ ਘੁੰਮ ਕੇ ਜਾਂਦਾ ਪਿਆ, ਠੀਕ ਹੈ। ਯਾਨੀ ਇਸ ਕੋਇਲ ਦੇ ਵਿੱਚ, ਜੇ ਇਹਦੇ ਟਰਮ ਥੋੜੇ ਵੱਡੇ ਦਿਖਾ ਦਈਏ, ਇਸ ਕੋਇਲ ਦੇ ਅੰਦਰ ਜਦੋਂ ਮੇਰੇ ਕੋਲ ਕਰੰਟ ਪਾਸ ਹੁੰਦਾ ਪਿਆ, ਜਦੋਂ ਇਸ ਕੋਇਲ ਚੋਂ ਕਰੰਟ ਪਾਸ ਹੋ ਰਿਹਾ ਤੇ ਅਸੀਂ ਅਬਜ਼ਰਵ ਕੀਤਾ ਕਰੰਟ ਐਂਟੀ ਕਲੌਕਵਾਈਜ਼ ਮੂਵ ਕਰਦਾ, ਔਰ ਜਦੋਂ ਕਰੰਟ ਕੋਇਲ 'ਚ ਐਂਟੀ ਕਲੌਕਵਾਈਜ਼ ਮੂਵ ਕਰ ਰਿਹਾ ਤੇ ਅਸੀਂ ਉਸ ਮੂਵਮੈਂਟ ਤੇ ਨੋਟਿਸ ਕੀਤਾ ਕਿ ਇਸ ਗਲਵੈਨੋਮੀਟਰ ਦੀ ਨੀਡਲ ਜਿਹੜੀ ਆ ਇਹ ਟੁਵਰਡਸ ਰਾਈਟ ਸਾਈਡ ਗਈ ਆ। ਇਹ ਆਪਣੇ ਕੋਲੋਂ ਅਸਿਊਮ ਕਰ ਰਹੇ ਹਾਂ ਇਸ ਵੇਲੇ ਕਿ ਜਦੋਂ ਕਰੰਟ ਨੂੰ ਮੈਂ ਸਵਿਚ ਆਨ ਕੀਤਾ ਔਰ ਕੋਇਲ 'ਚ ਕਰੰਟ ਐਂਟੀ ਕਲੌਕਵਾਈਜ਼ ਫਲੋ ਕਰ ਰਿਹਾ ਸੀ, ਅਸੀਂ ਨੋਟਿਸ ਕੀਤਾ ਕਿ ਗਲਵੈਨੋਮੀਟਰ ਦੀ ਨੀਡਲ ਰਾਈਟ ਸਾਈਡ ਨੂੰ ਡਿਫਲੈਕਟ ਹੁੰਦੀ। ਦੂਜੀ ਵਾਰੀ ਮੈਂ ਕੀ ਕੀਤਾ, ਇੱਥੋਂ ਜਿਹੜੀ ਬੈਟਰੀ ਸੀਗੀ ਇਹਦੇ ਕਨੈਕਸ਼ਨ ਰਿਵਰਸ ਕਰ ਦਿੱਤੇ, ਬੈਟਰੀ ਦੇ ਕਨੈਕਸ਼ਨ ਰਿਵਰਸ ਕਰ ਦਿੱਤੇ। ਹੁਣ ਕਰੰਟ ਥੱਲਿਓਂ ਉੱਪਰ ਨੂੰ ਚੱਲਿਆ, ਜਦੋਂ ਕਰੰਟ ਥੱਲਿਓਂ ਉੱਪਰ ਨੂੰ ਚੱਲਿਆ ਤੇ ਕਰੰਟ ਦਾ ਫਲੋ ਐਂਟੀ ਕਲੌਕਵਾਈਜ਼ ਦੀ ਥਾਂ ਤੇ ਕਲੌਕਵਾਈਜ਼ ਹੋ ਗਿਆ। Yes, sir. यस सर। ਤੇ ਜਦੋਂ ਕਰੰਟ ਕਲੌਕਵਾਈਜ਼ ਹੋ ਗਿਆ ਤੇ ਮੈਂ ਨੋਟਿਸ ਕੀਤਾ ਕਿ ਗਲਵੈਨੋਮੀਟਰ ਦੀ ਨੀਡਲ ਲੈਫਟ ਸਾਈਡ ਨੂੰ ਡਿਫਲੈਕਟ ਹੁੰਦੀ ਆ। ਯਾਨੀ ਮੈਨੂੰ ਹੁਣ ਇੱਥੋਂ ਦੋ ਚੀਜ਼ਾਂ ਮਿਲੀਆਂ ਕਿ ਵੀ ਜਦੋਂ ਨੀਡਲ ਰਾਈਟ ਸਾਈਡ ਨੂੰ ਗਈ ਅਸੀਂ ਅਸਿਊਮ ਕਰਾਂਗੇ ਕਿ ਇਹ 'ਚ ਕਰੰਟ ਐਂਟੀ ਕਲੌਕਵਾਈਜ਼ ਫਲੋ ਕਰਦਾ, ਔਰ ਜਦੋਂ ਨੀਡਲ ਮੇਰੀ ਲੈਫਟ ਸਾਈਡ ਗਈ ਅਸੀਂ ਇਹ ਅਸਿਊਮ ਕਰਾਂਗੇ ਕਿ ਇਹ 'ਚ ਕਰੰਟ ਕਲੌਕਵਾਈਜ਼ ਆ। ਕਿ ਇੰਨੀ ਗੱਲ ਕਲੀਅਰ? Yes, sir. यस सर, यस सर। ਉਸ ਤੋਂ ਬਾਅਦ ਹੁਣ ਆਪਾਂ ਅੱਗੇ ਗੱਲ ਕੰਟੀਨਿਊ ਕਰਾਂਗੇ। ਨਾਓ ਕਹਿੰਦਾ ਜੀ ਯੂ ਰਿਮੂਵ ਦਾ ਬੈਟਰੀ, ਤੁਸੀਂ ਇੱਥੋਂ ਬੈਟਰੀ ਰਿਮੂਵ ਕਰ ਦਿੱਤੀ। ਬੈਟਰੀ ਰਿਮੂਵ ਕਰਕੇ ਮੈਂ ਤਾਂ ਬੁੱਕ ਨਾਲੋਂ ਥੋੜਾ ਜਿਹਾ ਸਿੰਪਲ ਸਰਕਟ ਬਣਾ ਕੇ ਚੱਲ ਰਿਹਾ। ਉਹਨੇ ਬੈਟਰੀ ਔਰ ਗਲਵੈਨੋਮੀਟਰ ਕੰਬਾਈਨਡ ਦੋਨੇ ਦਿਖਾਏ ਹੋਏ ਆ, ਆਪਾਂ ਨੂੰ ਸਿੰਪਲ ਵੇ ਨਾਲ ਲੈ ਲਿਆ। ਹੁਣ ਨਾਲ ਮੈਂ ਇੱਥੇ ਇੱਕ ਮੈਗਨੇਟ ਰੱਖ ਲਿਆ, ਠੀਕ ਆ, ਇੱਥੇ ਆਪਣੇ ਕੋਲ ਇੱਕ ਮੈਗਨੇਟ ਆ ਗਈ। ਹੁਣ ਇੱਥੇ ਬੈਟਰੀ ਕੋਈ ਨਹੀਂ ਹੈਗੀ, ਠੀਕ ਹੈ ਜੀ। ਅੱਗੇ ਨੀਡਲ ਡਿਫਲੈਕਟ ਹੋਈ ਸੀ, ਉਹਦਾ ਕਾਰਨ ਸੀ ਕਿ ਵੀ ਬੈਟਰੀ ਦਾ ਕਰੰਟ ਫਲੋ ਕੀਤਾ ਸੀ, ਉਹਨੇ ਨੀਡਲ ਦੀ ਡਿਫਲੈਕਸ਼ਨ ਦਿੱਤੀ ਸੀ। ਹੁਣ ਬੈਟਰੀ ਕੋਈ ਨਹੀਂ, ਹੁਣ ਮੇਰੇ ਕੋਲ ਇੱਕ ਮੈਗਨੇਟ ਆ, ਔਰ ਅਸੀਂ ਅਬਜ਼ਰਵ ਇਹ ਕੀਤਾ ਕਿ when you move the magnet in downward direction, it means you are increasing the magnetic flux across the coil, है ना। ਜਦੋਂ ਮੈਂ ਮੈਗਨੇਟ ਨੂੰ ਥੱਲੇ ਲੈ ਕੇ ਆਉਂਗਾ, ਚੀਜ਼ ਧਿਆਨ ਨਾਲ ਸਮਝੋ, ਲਿਖਣ ਵਾਲਾ ਕੁਝ ਨਹੀਂ, ਸਿਰਫ ਸਮਝਣ ਵਾਲੀ ਚੀਜ਼ ਆ ਕਿ ਜਦੋਂ ਮੈਂ ਇਸ ਵੇਲੇ ਮੈਗਨੇਟ ਨੂੰ ਡਾਊਨਵਰਡ ਲੈ ਕੇ ਚੱਲਿਆ ਤੇ ਇਸ ਕੋਇਲ ਦੇ ਅਕ੍ਰੋਸ ਮੈਗਨੈਟਿਕ ਫੀਲਡ ਦੀ ਸਟਰੈਂਥ ਅੱਗੇ ਨਾਲੋਂ ਵਧਣੀ ਸ਼ੁਰੂ ਹੋ ਜਾਊ। यस Yes, सर। sir. Yes, sir. ਯਾਨੀ ਇਸ ਸਰਕਟ ਦੇ ਅੰਦਰ ਮੈਗਨੈਟਿਕ ਫਲਕਸ ਇਨਕਰੀਜ਼ ਕਰਦੀ ਹੈ। ਔਰ ਜਦੋਂ ਮੈਂ ਦੇਖਿਆ ਮੈਗਨੈਟਿਕ ਫਲਕਸ ਮੈਂ ਇਨਕਰੀਜ਼ ਕਰਾ ਰਿਹਾ ਸੀ ਨਾ, ਆਹ ਗਲਵੈਨੋਮੀਟਰ ਦੀ ਨੀਡਲ ਰਾਈਟ ਵੱਲ ਨੂੰ ਚਲੇਗੀ, ਠੀਕ ਆ। ਜਦੋਂ ਮੈਂ ਇਹਨੂੰ ਇੱਥੇ ਲਿਆ ਕੇ ਰੋਕ ਲਿਆ, ਗਲਵੈਨੋਮੀਟਰ ਦੀ ਨੀਡਲ ਬੰਦ ਹੋ ਗਈ ਹਿੱਲਣੋਂ, ਠੀਕ ਹੈ। ਪਰ ਜਦੋਂ ਮੈਂ ਇਹਨੂੰ ਮੂਵ ਕਰੀ ਜਾਂਦਾ ਪਿਆ ਥੱਲੇ ਵੱਲ ਨੂੰ, ਲਗਾਤਾਰ ਮੈਂ ਇਹਦੇ 'ਚ ਮੈਗਨੈਟਿਕ ਫੀਲਡ ਦੀ ਸਟਰੈਂਥ ਵਧਾ ਰਿਹਾ, ਮੈਗਨੈਟਿਕ ਫਲਕਸ ਇਨਕਰੀਜ਼ ਕਰ ਰਿਹਾ, ਤੇ ਮੈਂ ਨੋਟਿਸ ਕੀਤਾ ਗਲਵੈਨੋਮੀਟਰ ਦੀ ਨੀਡਲ ਰਾਈਟ ਸਾਈਡ ਨੂੰ ਚਲੇਗੀ,
ठीक है। मैं उदो एक चीज अज्यूम कर ली कि भी इस वेले जे नीडल राइट ਨੂੰ गई ਆ, एक चीज ਤਾਂ ਕਨਫਰਮ ਆ, ਜੇ ਨੀਡਲ ਹਿੱਲੀ ਆ ਤੇ ਇਹਦਾ ਮਤਲਬ ਆ ਕੋਇਲ ਦੇ ਵਿੱਚ ਕਰੰਟ ਕਿਤੇ ਫਲੋ ਹੁੰਦਾ ਪਿਆ। ਇਹਦਾ ਗੱਲ ਕਲੀਅਰ ਆ? Yes, sir. Yes, Yes, sir. है ना, क्योंकि नीडल का हिलना उदो ही पॉसिबल आ जो इस सर्किट के अंदर करंट होएगा। ਇਹਦਾ मतलब एक चीज ਤਾਂ ਕਨਫਰਮ ਆ, मैगनेट ਦੀ मूवमेंट ਦੇ ਨਾਲ ਇੱਥੇ ਕਰੰਟ ਆਇਆ ਵਾ, ठीक है जी। और इस वेले ਉਹ करंट ਦੀ डायरेक्शन ਕਿੱਧਰ ਨੂੰ ਆ, ਉਹ ਨੀਡਲ ਦੀ ਡਿਫਲੈਕਸ਼ਨ ਦੱਸਦੀ ਪਈ। ਅਸੀਂ ਆਲਰੇਡੀ ਚੈੱਕ ਕਰ ਹਟੇ, ਜਦੋਂ ਨੀਡਲ ਰਾਈਟ ਸਾਈਡ ਨੂੰ ਜਾਂਦੀ ਤੇ ਇਸ ਕੋਇਲ 'ਚ ਕਰੰਟ ਮੇਰਾ ਐਂਟੀ ਕਲੌਕਵਾਈਜ਼ ਫਲੋ ਕਰਦਾ ਪਿਆ। ਕਲੀਅਰ ਹੈ ਨੀ ਗੱਲ? Yes, sir. Yes, sir. Yes, sir. ਯਾਰ ਜਾਂ ਤਾਂ ਮੈਨੂੰ ਲੱਗਦਾ ਪੜਾਉਣ ਨਾ ਟਾਈਮ ਘਟਾ ਦੇਵਾਂ, ਜਦੋਂ ਨਾ ਮਤਲਬ 50 ਮਿੰਟ ਦੇ ਆਸ-ਪਾਸ ਟਾਈਮ ਹੁੰਦਾ ਨਾ, 5-7 ਜਣਿਆਂ ਨੂੰ ਡਾਈਜੈਸਟ ਹੀ ਨਹੀਂ ਹੁੰਦਾ, ਪਤਾ ਨਹੀਂ ਉਹ ਲੀਵ ਕਰਨਾ ਸ਼ੁਰੂ ਕਰ ਦਿੰਦੇ। ਲਵਿਸ਼ਾ ਅਟੈਂਡੈਂਸ ਲੈ ਦੇਖ ਕਿਹੜੇ ਐਬਸੈਂਟ ਹੋਏ। 5 ਜਣੇ ਐਬਸੈਂਟ ਹੋਏ, ਮੈਂ ਬਾਅਦ ਚ ਇਹ ਸਾਰੇ ਅੱਜ ਪੁੱਛਣਾ ਇਹਨਾਂ ਨੂੰ। ਲਵਿਸ਼ਾ ਹੈ, ਸਮੀक्षा Yes, sir. ਅਟੈਂਡੈਂਸ ਨੋਟ ਕਰਿਓ ਕਿੰਨੀ ਹੈਗੀ। ਚਲੋ, ਸੋ ਜਦੋਂ ਇਸ ਮੂਵਮੈਂਟ ਤੇ ਨੀਡਲ ਦੀ ਰਾਈਟ ਸਾਈਡ ਨੂੰ ਡਿਫਲੈਕਸ਼ਨ ਗਈ ਨਾ, ਤੇ ਇਹਦਾ ਮਤਲਬ ਆ ਇਹ ਚ ਕਰੰਟ ਐਂਟੀ ਕਲੌਕਵਾਈਜ਼ ਫਲੋ ਕਰ ਰਿਹਾ। ਤੇ ਅਸੀਂ ਪੁੱਤ ਇੱਕ ਚੀਜ਼ ਪਿੱਛੇ ਪੜ੍ਹੀ ਸੀਗੀ, ਆ ਚੀਜ਼ ਸਾਈਨ ਕਨਵੈਨਸ਼ਨ ਪੜ੍ਹੀ ਸੀ ਕਿ ਜਦੋਂ ਕਿਸੇ ਸਰਕੂਲਰ ਕੋਇਲ ਚ ਕਰੰਟ ਐਂਟੀ ਕਲੌਕਵਾਈਜ਼ ਫਲੋ ਕਰਦਾ, ਅਸੀਂ ਕਹਿੰਦੇ ਇਹ ਮੈਗਨੇਟ ਦਾ ਨਾਰਥ ਪੋਲ ਬਣਦਾ, ਯਾਨੀ ਇਹਨੇ ਮੈਗਨੇਟ ਦੀ ਨਾਰਥ ਪੋਲੈਰਿਟੀ ਦਿਖਾਣੀ ਹੈ। ਤੇ ਜੇ ਕਰੰਟ ਕਲੌਕਵਾਈਜ਼ ਫਲੋ ਕਰਦਾ ਤੇ ਉਹਨੇ ਮੇਰੇ ਕੋਲ ਮੈਗਨੇਟ ਦੀ ਸਾਊਥ ਪੋਲੈਰਿਟੀ। ਇਹਦਾ ਮਤਲਬ ਹੁਣ ਅਸੀਂ ਨੋਟਿਸ ਕੀ ਕੀਤਾ ਕਿ ਜਦੋਂ ਐਸਐਚ ਗਲਵੈਨੋਮੀਟਰ ਦੀ ਨੀਡਲ ਰਾਈਟ ਨੂੰ ਗਈ ਨਾ, ਤੇ ਇੱਥੇ ਅਸੀਂ ਇੱਕ ਚੀਜ਼ ਨੋਟਿਸ ਕਰਨੀ ਸ਼ੁਰੂ ਕੀਤੀ ਕਿ ਤੁਹਾਡੀ ਮੈਗਨੇਟ ਜਦੋਂ ਥੱਲੇ ਨੂੰ ਆ ਰਹੀ ਹੈ ਨਾ, ਇਹਨੂੰ ਰਿਪਲਸ਼ਨ ਫੀਲ ਹੋਣੀ ਸ਼ੁਰੂ ਹੋ ਗਈ ਇਸ ਮੈਗਨੇਟ ਨੂੰ, ਠੀਕ ਹੈ। ਜਦੋਂ ਇਹਨੂੰ ਮੈਂ ਥੱਲੇ ਲੈ ਕੇ ਆਣਾ ਸ਼ੁਰੂ ਹੋਇਆ ਤੇ ਇਸ ਮੈਗਨੇਟ ਨੂੰ ਰਿਪਲਸ਼ਨ ਫੀਲ ਹੁੰਦੀ ਪਈ, ਯਾਨੀ ਈਜ਼ੀਲੀ ਇਹ ਮੈਗਨੇਟ ਥੱਲੇ ਨਹੀਂ ਆ ਪਾ ਰਹੀ। ਉਹ ਕਹਿੰਦਾ ਰਿਪਲਸ਼ਨ ਕਿਹਨੇ ਦਿੱਤੀ? ਤੇ V01 ਪ੍ਰਾਪਰਟੀ ਸਿਮਿਲਰ ਪੋਲ ਹਮੇਸ਼ਾ ਰਿਪੈਲ ਕਰਦੇ ਆ। ਇਹਦਾ ਮਤਲਬ ਜੇ ਨਾਰਥ ਪੋਲ ਥੱਲੇ ਨੂੰ ਆ ਰਿਹਾ ਤੇ ਜ਼ਰੂਰ ਇੱਥੇ ਆ ਕੋਇਲ ਦੇ ਅਪਰ ਫੇਸ ਤੇ ਮੈਗਨੇਟ ਦਾ ਨਾਰਥ ਪੋਲ ਬਣਿਆ ਹੋਊਗਾ, ਠੀਕ ਆ। ਜੇ ਮੈਗਨੇਟ ਦਾ ਨਾਰਥ ਪੋਲ ਇੱਥੇ ਬਣਿਆ ਵਾ ਤੇ ਇਹਦਾ ਮਤਲਬ ਇਹ ਹੋ ਗਿਆ ਇਸ ਕੋਇਲ ਦੇ ਮੈਗਨੇਟ ਨੂੰ ਜਦੋਂ ਤੁਸੀਂ ਮੂਵ ਕਰਾਇਆ, ਇਹਨੇ ਮੈਗਨੇਟ ਨੇ ਇਸ ਕੋਇਲ ਦੇ ਅੰਦਰ ਮੈਗਨੈਟਿਕ ਫਲਕਸ ਚੇਂਜ ਕਰਾਈ, ਤੇ ਜਦੋਂ ਇਸ ਕੋਇਲ 'ਚ ਮੈਗਨੈਟਿਕ ਫਲਕਸ ਚੇਂਜ ਹੋਈ ਤੇ ਇਸ ਕੋਇਲ ਦੇ ਅੰਦਰ EMF ਇੰਡਿਊਸ ਹੋਈ। ਉਸ ਇੰਡਿਊਸਡ EMF ਦੇ ਕਰਕੇ ਇਹ 'ਚ ਇੰਡਿਊਸ ਕਰੰਟ ਫਲੋ ਕਰਨ ਲੱਗ ਗਿਆ। ਤੇ ਜਦੋਂ ਕੋਇਲ 'ਚ ਇੰਡਿਊਸ ਕਰੰਟ ਫਲੋ ਕਰੇ ਤੇ ਆਪਾਂ ਨੂੰ ਇੱਕ ਪ੍ਰਾਪਰਟੀ ਪਤਾ, ਔਰਸਟੈਡ ਐਕਸਪੈਰੀਮੈਂਟ, ਕਿ ਕੋਇਲ 'ਚ ਕਰੰਟ ਜਦੋਂ ਫਲੋ ਕਰੇ ਉਹ ਮੈਗਨੈਟਿਕ ਫੀਲਡ ਬਣਾਉਂਦਾ। ਇਹਦਾ ਮਤਲਬ ਇਹ ਹੋ ਗਿਆ ਤੁਹਾਡੀ ਆ ਕੋਇਲ ਜਿਹੜੀ ਆ ਇਹ ਵੀ ਇੱਕ ਮੈਗਨੇਟ ਬਣ ਚੁੱਕੀ ਹੋ, Yes, sir. ਠੀਕ ਆ। ਨਾਰਮਲੀ ਪੁੱਤ ਅਸੀਂ ਇਹ ਕਹਿੰਦੇ ਕਿ ਜੇ ਆ ਸੋਲੇਨੋਇਡ ਮੈਗਨੇਟ ਬਣਦੀ ਆ ਤੇ ਇਹਨੂੰ ਮੈਗਨੇਟ ਬਣਾਉਣ ਵਾਲੀ ਆ ਬੈਟਰੀ ਆ, ਪਰ ਇੱਥੇ ਤੁਹਾਡੀ ਕੋਇਲ ਮੈਗਨੇਟ ਵੀ ਬਣੀ ਔਰ ਬਿਨਾ ਬੈਟਰੀ ਤੋਂ ਵੀ ਬਣੀ। ਤੇ ਇਹਦਾ ਮਤਲਬ ਆ ਕਿ ਇਹਦੇ ਅੰਦਰ ਜਿਹੜਾ ਇੰਡਿਊਸ ਕਰੰਟ ਫਲੋ ਕੀਤਾ ਉਹ ਕਿਤੇ ਕਰਕੇ, ਅਸੀਂ ਕਿਹਾ ਇੰਡਿਊਸਡ EMF ਕਰਕੇ। ਉਹ ਕਹਿੰਦਾ EMF ਇੰਡਿਊਸ ਕਿਹਦੇ ਕਰਕੇ ਹੋਈ, ਅਸੀਂ ਕਿਹਾ ਫਲਕਸ ਦੇ ਚੇਂਜ ਹੋਣ ਕਰਕੇ। ਉਹ ਕਹਿੰਦਾ ਫਿਰ ਜਦੋਂ ਫਲਕਸ ਚੇਂਜ ਹੋਈ ਇਹਦੇ ਅੰਦਰ EMF ਇੰਡਿਊਸ ਹੋਈ, ਉਹਦੇ ਕਰਕੇ ਇੰਡਿਊਸ ਕਰੰਟ ਫਲੋ ਕੀਤਾ ਤੇ ਇੰਡਿਊਸ ਕਰੰਟ ਨੇ ਇਸ ਕੋਇਲ ਨੂੰ ਮੈਗਨੇਟਾਈਜ਼ ਕਰ ਦਿੱਤਾ। ਤੇ ਜਦੋਂ ਇਹ ਇੰਡਿਊਸ ਕਰਨ ਦੇ ਕਰਕੇ ਕੋਇਲ ਮੈਗਨੇਟਾਈਜ਼ ਹੋਈ ਆ, ਇਹਦੇ ਕਿੱਧਰਲੇ ਪਾਸੇ ਕਿਹੜਾ ਪੋਲ ਆਇਆ? ਆ ਮੈਗਨੇਟ ਦੇ ਵਿੱਚ ਜਦੋਂ ਕਰੰਟ ਮੈਂ ਐਂਟੀ ਕਲੌਕਵਾਈਜ਼ ਫਲੋ ਕਰਾਇਆ, ਇਧਰੋਂ ਦੇਖਦਾ ਪਿਆ ਕਰੰਟ ਐਂਟੀ ਕਲੌਕਵਾਈਜ਼, ਤਾਂ ਮੈਂ ਇਧਰ ਨਾਰਥ ਪੋਲ ਗਿਣਾਗਾ, ਇਧਰ ਸਾਊਥ ਗਿਣੂ। ਹੁਣ ਇੱਥੇ ਮੈਨੂੰ ਪੋਲ ਕਿੱਦਾਂ ਪਤਾ ਲੱਗਣ? ਉਹ ਕਹਿੰਦਾ ਜੀ ਮੈਂ ਨੋਟਿਸ ਕੀਤਾ ਕਿ ਆ ਬਾਰ ਮੈਗਨੇਟ ਜਿਹੜੀ ਮੇਰੇ ਨੋਨ ਪੋਲ ਵਾਲੀ ਆ, ਇਹਦਾ ਆ ਥੱਲੜਾ ਬਲੈਕ ਵਾਲਾ ਪੋਰਸ਼ਨ ਨਾਰਥ ਪੋਲ ਆ। ਉਹਨੇ ਨੋਟਿਸ ਕੀਤਾ ਕਿ ਨਾਰਥ ਪੋਲ ਜਦੋਂ ਥੱਲੇ ਜਾਂਦਾ ਨਾ ਤੇ ਇੱਥੇ ਉਹਨੂੰ ਰਿਪਲਸ਼ਨ ਫੀਲ ਹੁੰਦੀ ਆ, ਇਹਨੂੰ ਮੈਗਨੇਟ ਨੂੰ ਰਿਪਲਸ਼ਨ ਫੀਲ ਹੋ ਰਹੀ। ਤੇ ਜੇ ਰਿਪਲਸ਼ਨ ਫੀਲ ਹੋ ਰਹੀ ਤਾਂ ਰਿਪਲਸ਼ਨ ਉਦੋਂ ਹੋਏਗੀ ਜੇ ਇੱਥੇ ਨਾਰਥ ਪੋਲ ਬਣਿਆ ਹੋ। Yes, sir. Yes, sir. Yes, ਠੀਕ ਆ। sir. ਇਹਦਾ ਮਤਲਬ ਇਹ ਹੋ ਗਿਆ ਕਿ ਆ ਤੁਹਾਡੀ ਜਿਹੜੀ ਮੈਗਨੇਟ ਬਣੀ ਆ ਇਹਦਾ ਉੱਪਰ ਨਾਰਥ ਪੋਲ ਆ ਗਿਆ, ਥੱਲੇ ਸਾਊਥ ਆ ਗਿਆ। ਉਹ ਕਹਿੰਦਾ ਪੁੱਤ ਨਾਰਥ ਹੀ ਕਿਉਂ ਬਣਿਆ? ਤੇ ਉੱਥੇ ਫੈਰਾਡੇ ਦੇ ਨਾਲ ਤੇ ਲੈਂਜ਼ ਲਾਅ ਦੀ ਐਕਸਪਲੇਨੇਸ਼ਨ ਆਉਂਦੀ। ਲੈਂਜ਼ ਲਾਅ ਇਹ ਕਹਿੰਦਾ ਕਿ ਜਦੋਂ ਤੁਸੀਂ ਮੈਗਨੇਟ ਮੂਵ ਕਰਾਈ ਨਾ, ਇਹਨੇ ਕੋਇਲ 'ਚ ਮੈਗਨੈਟਿਕ ਫਲਕਸ ਚੇਂਜ ਕਰਨੀ ਸ਼ੁਰੂ ਕੀਤੀ। ਮੈਗਨੈਟਿਕ ਫਲਕਸ ਦੇ ਚੇਂਜ ਹੋਣ ਕਰਕੇ EMF ਇੰਡਿਊਸ ਹੋਈ ਔਰ ਉਹਦੇ ਕਰਕੇ ਇੰਡਿਊਸ ਕਰੰਟ ਆਇਆ, ਤੇ ਇੰਡਿਊਸ ਕਰੰਟ ਇਹਨੂੰ ਮੈਗਨੇਟਾਈਜ਼ ਕਰਦਾ। ਤੇ ਉਹ ਅੱਗਿਓਂ ਇਹ ਕਰਨ ਲੱਗ ਪੈਂਦਾ ਕਿ ਜਿਹੜੀ ਫਲਕਸ ਰਿਸਪੌਂਸੀਬਲ ਆ, ਜਿਹੜੀ ਫਲਕਸ ਦੀ ਚੇਂਜ ਰਿਸਪੌਂਸੀਬਲ ਆ,
ਇਹਦੇ ਅੰਦਰ ਇੰਡਿਊਸ ਕਰਨ ਨੂੰ ਲੈ ਕੇ ਆਉਣ ਵਾਸਤੇ ਤੇ ਇਹ ਕੋਇਲ ਉਸੇ ਹੀ ਫਲਕਸ ਦੇ ਇਨਕਰੀਜ਼ ਨੂੰ ਅਪੋਜ਼ ਕਰਦਾ। ਕਿ ਆ ਲਾਈਨ ਸਮਝ ਲੱਗੀ ਜੋ ਮੈਂ ਬੋਲੀ? Yes, sir. Yes, sir. मैं फिर लाइन रिपीट कर रहा बच्चे। एक Yes, sir. ਆਪਾਂ ਵਰਡ ਇਹ ਯੂਜ਼ ਕੀਤੇ ਆ ਕਿ ਜਿਹੜੀ ਕੋਇਲ ਦੇ ਅੰਦਰ EMF ਇੰਡਿਊਸ ਹੁੰਦੀ ਆ ਉਹ ਹਮੇਸ਼ਾ ਫਲਕਸ ਦੀ ਚੇਂਜ ਨੂੰ ਅਪੋਜ਼ ਕਰਦੀ ਹੈ। ਜੇ ਫਲਕਸ ਇਨਕਰੀਜ਼ ਹੋਣ ਲੱਗਦੀ ਤੇ ਵੋਲਟੇਜ ਇੰਡਿਊਸ ਹੋ ਕੇ ਫਲਕਸ ਦੀ ਇਨਕਰੀਜ਼ ਨੂੰ ਰੋਕਦੀ ਹੈ ਤੇ ਜਦੋਂ ਫਲਕਸ ਡਿਕਰੀਜ਼ ਹੋਣ ਲੱਗਦੀ ਤੇ ਉਹ ਫਲਕਸ ਦੇ ਡਿਕਰੀਜ਼ ਨੂੰ ਵੀ ਰੋਕਦੀ ਹੈ। ਮਤਲਬ ਉਹਨੇ ਇਸ ਕੋਇਲ ਨੇ ਕੀ ਕਰਨਾ, ਇੱਥੇ ਆਪਣੇ ਆਪ ਦੇ ਅੰਦਰ ਫਲਕਸ ਦੀ ਚੇਂਜ ਨੂੰ ਅਪੋਜ਼ ਕਰਨਾ। ਓਪੋਜੀਸ਼ਨ ਦੋ ਤਰ੍ਹਾਂ ਦੀ ਆ। ਇਸ ਵੇਲੇ ਜਿਹੜੀ ਓਪੋਜੀਸ਼ਨ ਉਹ ਚ ਕੀ ਆ, ਨਾਰਥ ਪੋਲ ਥੱਲੇ ਆਇਆ, ਇਹਨੇ ਆਪਣੇ ਆਪ ਦੇ ਅੰਦਰ ਕਰੰਟ ਦੀ ਪੋਲੈਰਿਟੀ ਇਸ ਵੇ ਨਾਲ ਬਣਾਈ ਕਿ ਵੀ ਇੱਥੇ ਉੱਪਰ ਨਾਰਥ ਪੋਲ ਆ ਜਾਏ। ਠੀਕ ਹੈ, ਜਿਹਦੀ ਵੈਰੀਫਿਕੇਸ਼ਨ ਗਲਵੈਨੋਮੀਟਰ ਕਰਦਾ ਪਿਆ ਕਿ ਵੀ ਗਲਵੈਨੋਮੀਟਰ ਰਾਈਟ ਸਾਈਡ ਉਦੋਂ ਜਾਂਦਾ ਸੀ ਜਦੋਂ ਇੱਥੇ ਐਂਟੀ ਕਲੌਕਵਾਈਜ਼ ਆ ਤੇ ਇਹਦਾ ਮਤਲਬ ਹੈ ਐਂਟੀ ਕਲੌਕਵਾਈਜ਼ ਵੇਲੇ ਤੇ ਨਾਰਥ ਪੋਲ ਖੜਾ ਹੋਇਆ। ਤੇ ਜਦੋਂ ਹੁਣ ਮੈਂ ਇਸ ਮੈਗਨੇਟ ਨੂੰ ਉੱਪਰ ਲੈ ਕੇ ਜਾਵਾਂ, ਠੀਕ ਆ, ਇਹਦਾ ਮਤਲਬ ਇਸ ਕੋਇਲ ਚੋਂ ਮੈਗਨੈਟਿਕ ਫਲਕਸ ਨੂੰ ਡਿਕਰੀਜ਼ ਕਰਨ ਲੱਗਿਆ ਤੇ ਜਿੱਦਾਂ ਹੀ ਜਿਸ ਇਨਸਟੈਂਟ ਤੇ ਮੈਂ ਇਹਨੂੰ ਉੱਪਰ ਚੁੱਕਣਾ ਸ਼ੁਰੂ ਕੀਤਾ, ਇਮੀਡੀਏਟਲੀ ਇਹਦੇ ਅੰਦਰਲੀ ਨੀਡਲ ਦੀ ਡਿਫਲੈਕਸ਼ਨ ਘੁੰਮ ਗਈ। ਇਹਦੇ ਅੰਦਰ ਨੀਡਲ ਦੀ ਡਿਫਲੈਕਸ਼ਨ ਰਿਵਰਸ ਡਾਇਰੈਕਸ਼ਨ ਚ ਚਲੀ। ਉਹ ਕਹਿੰਦਾ ਜੀ ਵਾਟ ਇਟ ਮੀਨ, ਇਹ ਮਤਲਬ ਇਮੀਡੀਏਟਲੀ ਇਹਦੇ ਅੰਦਰ ਕਰੰਟ ਜਿਹੜਾ ਘੁੰਮ ਕੇ ਐਂਟੀ ਕਲੌਕਵਾਈਜ਼ ਦੀ ਥਾਂ ਤੇ ਕਲੌਕਵਾਈਜ਼ ਹੋ ਗਿਆ। ਔਰ ਉਹਨੇ ਇੱਥੇ ਕੀ ਕੀਤਾ, ਆ ਮੈਗਨੇਟ ਜਦੋਂ ਉੱਪਰ ਜਾਣ ਲੱਗੀ ਨਾ, ਇਹਨੂੰ ਜਾਣ ਤੋਂ ਵੀ ਰੋਕਿਆ ਤੇ ਜੇ ਜਾਣ ਤੋਂ ਰੋਕਣਾ ਮਤਲਬ ਨੂੰ ਥੱਲੇ ਖਿੱਚਣ ਵਾਸਤੇ ਇਹਨੇ ਨਾਰਥ ਦੇ ਅਗੇਂਸਟ ਇੱਥੇ ਸਾਊਥ ਪੋਲ ਖੜਾ ਕਰ ਲਿਆ। ਇਹਦਾ ਮਤਲਬ ਜਦੋਂ ਇਸ ਕੋਇਲ ਦੇ ਅੰਦਰ ਅਸੀਂ ਮੈਗਨੈਟਿਕ ਫਲਕਸ ਇਨਕਰੀਜ਼ ਕਰਨਾ ਚਾਹਿਆ ਹਨਾ, ਉਦੋਂ ਵੀ ਇਸ ਕੋਇਲ ਨੇ ਉਹਦੇ ਇਨਕਰੀਜ਼ ਨੂੰ ਅਪੋਜ਼ ਕੀਤਾ ਤੇ ਜਦੋਂ ਅਸੀਂ ਇਸ ਕੋਇਲ ਦੇ ਅੰਦਰ ਮੈਗਨੈਟਿਕ ਫਲਕਸ ਡਿਕਰੀਜ਼ ਕਰਨਾ ਚਾਹਿਆ ਤੇ ਇਹਨੇ ਉਹਨੂੰ ਵੀ ਰੋਕਿਆ। ਕਿ ਇੰਨੀ ਗੱਲ ਪਹਿਲਾਂ ਸਮਝ ਲੱਗੀ? Yes, sir. Yes, sir. Yes, sir. ਚਲ ਇੱਥੇ ਰੋਕਾਂਗਾ, ਗੱਲ ਕੰਪਲੀਟ ਨਹੀਂ ਹੋਈ ਅਜੇ, ਇਸੇ ਟੌਪਿਕ ਨੂੰ ਕੰਟੀਨਿਊ ਕਰਾਂਗੇ ਨੈਕਸਟ ਕਲਾਸ ਦੇ ਅੰਦਰ। ਓਕੇ ਜੀ, Thank you, sir. ਮੰਡੇ ਟੈਸਟ Thank you. ਠੀਕ ਹੈ 8 ਵਜੇ। ਓਕੇ ਬੱਚੇ। Thank you, sir. Thank you, sir. Thank you.